1 ਜੁਲਾਈ 2017 ਨੂੰ ਇੱਕ ਅਜਿਹਾ ਟੈਕਸ ਪਾਸ ਕੀਤਾ ਗਿਆ ਜਿਨੇ ਆਪਣੇ ਆਪ ਦੇ ਵਿੱਚ ਲਗਭਗ 40 ਤਰ੍ਹਾਂ ਦੇ ਟੈਕਸਾਂ ਨੂੰ ਸਮੋ ਲਿਆ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ GST ਦੀ। GST ਨੂੰ 5 ਸਾਲ ਪੂਰੇ ਹੋ ਚੁੱਕੇ ਨੇ। ਇਹਨਾਂ 5 ਸਾਲਾਂ ਦੇ ਵਿੱਚ ਅਸੀਂ ਕੀ ਕੁਝ ਕਮਾਇਆ, ਕੀ ਕੁਝ ਗਵਾਇਆ, ਕੀ ਚੁਣੌਤੀਆਂ ਸੀ ਜਿਨ੍ਹਾਂ ਦਾ ਅਸੀਂ ਸਾਹਮਣਾ ਕੀਤਾ, ਤੇ ਆਉਣ ਵਾਲੇ ਵਕਤ ਦੇ ਵਿੱਚ GST ਸਾਡੇ ਲਈ ਹੋਰ ਕੀ ਸੁਵਿਧਾਵਾਂ ਲੈ ਕੇ ਆਵੇਗਾ, ਹੋਰ ਕਿੰਨੀਆਂ ਕੁ ਵੱਡੀਆਂ ਚੁਣੌਤੀਆਂ ਹੋਣਗੀਆਂ ਸਾਡੇ ਤੇ। ਖਾਸ ਤੌਰ ਤੇ ਜੇਕਰ ਆਮ ਆਦਮੀ ਦੀ ਗੱਲ ਕੀਤੀ ਜਾਵੇ, ਸਮਾਲ ਇੰਡਸਟਰੀਜ਼ ਦੀ ਗੱਲ ਕੀਤੀ ਜਾਵੇ ਤਾਂ GST ਤੋਂ ਸਾਨੂੰ ਕਿੰਨਾ ਕੁ ਫਾਇਦਾ ਹੋਇਆ। ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਨੇ ਗੁਰਦੇਵ ਬੱਸੀ ਜੀ, ਜੋ ਕਿ ਚਾਰਟਰਡ ਅਕਾਊਂਟੈਂਟ ਨੇ, ਸੰਜੇ ਗੁਪਤਾ ਜੀ, ਜੋ ਕਿ ਇੰਡਸਟਰੀਅਲਿਸਟ ਨੇ। ਸਭ ਤੋਂ ਪਹਿਲਾਂ ਤਾਂ ਸਰ ਇਹੀ ਜਾਣਨਾ ਚਾਹੂੰਗੀ ਕਿ ਅਸੀਂ ਗੱਲ ਕਰਦੇ ਹਾਂ ਕਿ GST ਗੁੱਡਸ ਐਂਡ ਸਰਵਿਸਿਜ਼ ਟੈਕਸ, ਇਸ ਨੇ ਬਹੁਤ ਸਾਰੀਆਂ ਇਨੀਸ਼ੀਅਲ ਸਟੇਜ ਤੇ ਕਨਫਿਊਜ਼ਨਸ ਲੈ ਕੇ ਆਉਂਦੀਆਂ। ਕੀ 5 ਸਾਲ ਬਾਅਦ ਅਸੀਂ ਕਲੀਅਰ ਹੋ ਪਾਏ ਹਾਂ ਕਿ GST ਐਕਚੁਅਲ ਦੇ ਵਿੱਚ ਕੀ ਹੈਗਾ? ਅਵਰਿੰਦਰ ਜੀ, ਜਿਹੜਾ ਤੁਸੀਂ ਕਿਹਾ ਵੀ ਅਸੀਂ GST 5 ਸਾਲ ਪਹਿਲਾਂ ਆਇਆ ਸੀ, ਡੈਫੀਨੇਟਲੀ ਇਹਦੇ 'ਚ ਕਾਫੀ ਚੁਣੌਤੀਆਂ ਰਹੀਆਂ। ਉਹਨਾਂ ਚੁਣੌਤੀਆਂ ਦਾ ਸਭ ਤੋਂ ਵੱਡਾ ਇੱਕ ਜਿਹੜਾ ਕਾਰਨ ਸੀ ਉਹ ਇਹ ਸੀ ਕਿ GST ਜਿਹੜਾ ਹੈਗਾ ਇਹ ਟੋਟਲੀ ਡਿਜੀਟਲਾਈਜ਼ ਬੇਸਡ ਹੈ, ਇੰਟਰਨੈਟ ਤੇ ਬੇਸਡ ਹੈ। ਔਰ ਉਸ ਜਿਹੜਾ ਸਾਡਾ ਕੰਟਰੀ ਹੈ ਔਰ ਜਿਹੜਾ ਸਾਡਾ ਆਮ ਦੁਕਾਨਦਾਰ ਹੈ, ਬਿਜ਼ਨਸਮੈਨ ਹੈ, ਟਰੇਡਰ ਹੈ ਜਾਂ ਇੰਡਸਟਰੀਲਿਸਟ ਹੈ, ਉਹ ਬਹੁਤ ਜ਼ਿਆਦਾ ਕੰਫਰਟੇਬਲ ਨਹੀਂ ਹੈਗੇ ਸੀ ਜਦੋਂ ਇਹ GST ਹੋਂਦ 'ਚ ਆਇਆ ਜੀ। ਤਾਂ ਉਸ ਕਰਕੇ ਸਭ ਤੋਂ ਵੱਡਾ ਇੱਕ ਤਾਂ ਇਹੀ ਕਾਰਨ ਰਿਹਾ ਕਿ ਉਹ ਇਹਨੂੰ ਅਡਾਪਟ ਨਹੀਂ ਕਰ ਪਾਏ ਜੀ। ਪਰ ਉਹਦੇ 'ਚ ਗਵਰਨਮੈਂਟ ਆਫ ਇੰਡੀਆ ਨੇ ਬਹੁਤ ਸਾਰੇ ਇੱਦਾਂ ਦੇ ਐਫਰਟਸ ਕੀਤੇ। ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਲਾਸਟ ਮੀਟਿੰਗ 47 ਮੀਟਿੰਗ ਹੋਈ ਹੈ ਚੰਡੀਗੜ੍ਹ 'ਚ ਹੋਈ ਹੈ, ਇਹ 5 ਸਾਲਾਂ 'ਚ 47ਵੀਂ ਮੀਟਿੰਗ ਹੈ। ਤੇ ਇਹ GST ਕੌਂਸਲ ਦੀ ਮੀਟਿੰਗ ਇਸੀ ਕਰਕੇ ਹੈ ਕਿ ਜਿਹੜੀਆਂ ਵੀ ਉਹਨਾਂ 'ਚ ਪ੍ਰੋਬਲਮਸ ਆ ਰਹੀਆਂ, ਕੋਈ ਕੰਟਰੀ ਦੇ ਜਿਹੜੇ ਟਰੇਡ ਹੈ, ਬਿਜ਼ਨਸ ਹੈ, ਕਾਮਰਸ ਹੈ, ਉਹਨਾਂ ਦੇ ਜਿਹੜੀਆਂ ਵੀ ਪ੍ਰੋਬਲਮਸ ਹੈ ਉਹਨਾਂ ਨੂੰ ਡਿਸਕਸ ਕੀਤਾ ਜਾਵੇ ਜੀ। ਤੇ ਇਸ ਲਈ ਇਹ 47ਵੀਂ ਮੀਟਿੰਗ ਤੋਂ ਐਵਰੇਜਲੀ ਅਗਰ ਲਈਏ ਅਸੀਂ 10 ਮੀਟਿੰਗਸ ਹਰ ਸਾਲ 'ਚ ਹੋ ਰਹੀਆਂ ਸੀਆਂ। ਉਹ ਇਹ ਸਾਰੀਆਂ ਇਸੀ ਕਰਕੇ ਸੀ ਵੀ ਜਿਹੜੀਆਂ ਵੀ ਚੁਣੌਤੀਆਂ ਆਮ ਬਿਜ਼ਨਸਮੈਨ ਜਾਂ ਇੰਡਸਟਰੀ ਫੇਸ ਕਰ ਰਹੀ ਹੈ ਉਹਨਾਂ ਦਾ ਨਾਲ ਹੀ ਇੱਕ ਉਪਰਾਲਾ ਸੋਲਿਊਸ਼ਨਸ ਕੀਤਾ ਜਾ ਸਕੇ ਜੀ। ਤੇ ਹੁਣ ਅਸੀਂ ਕਾਫੀ ਉਹਦੇ 'ਚ ਮੈਚਿਓਰ ਹੋ ਚੁੱਕੇ ਹਾਂ ਆਫਟਰ 5 ਇਅਰਸ। ਇਹ ਤੁਹਾਨੂੰ ਇੱਕ ਉਹਦੇ ਨਾਲ ਵੀ ਲੱਗ ਸਕਦਾ ਕਿ ਇਹਦਾ ਇੰਡੀਕੇਟਰ ਹੈ ਕਿ ਸਾਡੀ ਕੰਟਰੀ ਜਿਹੜੀ ਕਲੈਕਸ਼ਨ ਆਫ GST ਹੈ ਉਹ ਹੁਣ ਕਾਫੀ ਵੱਧ ਗਈ, 1,68,000 ਕਰੋੜ ਤੱਕ ਚਲੀ ਗਈ ਸੀ। ਜੂਨ 'ਚ 1,44,000 ਕਰੋੜ ਰੁਪਏ ਦੀ ਜਿਹੜੀ ਕਲੈਕਸ਼ਨ ਹੋਈ ਹੈ। ਤਾਂ ਉਹਨੂੰ ਉਹ ਇੱਕ ਇੰਡੀਕੇਟਰ ਹੈ ਕਿ ਅਸੀਂ ਹੁਣ ਕਾਫੀ ਕੰਫਰਟੇਬਲ ਹੋ ਚੁੱਕੇ ਹਾਂ GST 'ਚ। ਡੈਫੀਨੇਟਲੀ ਹਾਲੇ ਸਾਨੂੰ ਵੀ ਹੈਵ ਟੂ ਗੋ ਅਲੋਂਗ ਬੈਕ ਦਿਸ ਲੋ ਅਗੇਨ ਫॉर ਫਿਊਚਰ ਕਿ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਹਲੇ ਅਸੀਂ ਕਰਨੀਆਂ ਜੀ। ਐਂਡ ਗਵਰਨਮੈਂਟ ਇਜ਼ ਅਪਕਮਿੰਗ ਫॉर दैट। ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਕਿ ਕਿਆ ਇਹਦੇ 'ਚ ਸਾਨੂੰ ਕੋਈ ਫਾਇਦਾ ਨੁਕਸਾਨ, ਜਾਂ ਸਾਰੇ ਜਿਹੜੇ ਆਮ ਆਦਮੀ ਹੈ ਜਾਂ ਆਮ ਬੰਦਾ ਜਿਹੜਾ ਬਿਜ਼ਨਸਮੈਨ ਹੈ, ਉਹ GST ਜਿਹੜਾ ਹੈਗਾ GST ਦੇ ਕਰਕੇ ਇੱਕ ਸਿਸਟਮ ਤੇ ਸਾਡੇ ਕੰਟਰੀ 'ਚ ਬਣਿਆ ਹੈ ਜੀ। ਪਹਿਲਾਂ ਕੀ ਸੀ, ਜਦੋਂ ਤੁਸੀਂ ਦੱਸਿਆ ਵੀ 40 ਜਿਹੜੇ ਟੈਕਸਿਸ ਸੀਗੇ ਉਹ ਸਬ ਜਿਉਂ ਹੋ ਗਏ ਇਹਦੇ 'ਚ, ਤੇ ਉਹਦੇ ਨਾਲ ਕੰਪਲਾਈਂਸਿਸ ਬਹੁਤ ਜ਼ਿਆਦਾ ਡਿਫਰੈਂਟ ਸੀਗੀਆਂ। GST ਆਉਣ ਦੇ ਕਾਰਨ ਉਹ ਸਾਰੇ ਦੇ ਸਾਰੇ ਇੱਕ ਟੈਕਸ 'ਚ ਕਨਵਰਟ ਹੋ ਗਏ ਜੀ। ਤੇ ਹੁਣ ਸਾਨੂੰ ਇੱਕ ਟੈਕਸ ਦੀ ਹੀ ਕੰਪਲਾਈਂਸਿਸ ਕਰਨੀਆਂ ਪੈਂਦੀਆਂ, ਉਹਦੇ ਰਿਲੇਟਡ ਹੀ ਰਿਟਰਨਸ ਫਾਈਲ ਕਰਨੀਆਂ ਪੈਂਦੀਆਂ। ਐਂਡ ਜਿਹੜੀ ਗੁੱਡ ਥਿੰਗ ਆਊਟ ਆਫ ਦੈਟ ਇਜ਼ ਕਿ ਉਹ ਡਿਜੀਟਲਾਈਜ਼ਡ ਹੈ। ਤੇ ਡਿਜੀਟਲ ਹੋਣ ਦੇ ਕਰਕੇ ਗਵਰਨਮੈਂਟ ਆਫ ਇੰਡੀਆ ਲਈ, ਸਟੇਟ ਗਵਰਨਮੈਂਟਸ ਲਈ ਜਾਂ ਹੋਰ ਵੀ ਜਿਹੜੀਆਂ ਟੈਕਸ ਅਥਾਰਟੀਜ਼ ਆ ਸਾਰੀਆਂ ਲਈ ਬਹੁਤ ਈਜ਼ੀ ਹੈ ਇਹ ਕਿ ਉਹਨੂੰ ਸਿੰਕਰੋਨਾਈਜ਼ ਕਰ ਦੇਣ। ਜਿਹੜੀ ਟੈਕਸ ਅਵੋਇਡੈਂਸ ਹੈ ਕੋਈ, ਉਹ ਟੈਕਸ ਅਵੋਇਡੈਂਸ ਨੂੰ ਰੋਕਿਆ ਜਾ ਸਕਦਾ, ਇਵੇਜਨਸ ਨੂੰ ਰੋਕਿਆ ਜਾ ਸਕਦਾ ਜੀ। ਔਰ ਆਮ ਆਦਮੀ ਤੱਕ ਜਿਹੜੀ ਕੀ ਚੀਜ਼ ਪਹੁੰਚਣੀ ਚਾਹੀਦੀ ਉਹ ਪਹੁੰਚਾਈ ਜਾ ਸਕਦੀ ਹੈ ਜੀ। ਸੋ ਦੈਟ ਇਜ਼ ਗੁੱਡ ਥਿੰਗ ਜੀ। ਸੰਜੇ ਸਰ, ਤੁਸੀਂ ਕੀ ਕਹਿਣਾ ਚਾਹੋਗੇ? ਭਾਰਤ ਇੱਕ ਫੈਡਰਲ ਸਟੇਟ ਹੈਗੀ ਹੈ, ਸਾਡੀ ਜਿਹੜੀ ਜ਼ਿਆਦਾ ਪਾਪੂਲੇਸ਼ਨ ਆ ਰੂਰਲ ਏਰੀਆਜ਼ ਦੇ ਵਿੱਚ ਰਹਿੰਦੀ ਹੈ। ਸਰ ਨੇ ਜ਼ਿਕਰ ਕੀਤਾ ਕਿ ਡਿਜੀਟਲ ਟੈਕਸ ਹੈਗਾ ਆ GST। ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੂੰ ਇੰਟਰਨੈਟ ਦਾ ਆਈ ਵੀ ਨਹੀਂ ਪਤਾ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ 'ਚ ਮੇਰਾ ਆਪਣਾ ਇਹ ਮੰਨਣਾ ਹੈਗਾ ਜੀ ਕਿ ਹੁਣ ਹਿੰਦੁਸਤਾਨ ਬਦਲਦਾ ਪਿਆ ਤੇ ਸਮਾਰਟਫੋਨ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਬੜੇ ਕਾਮਨਲੀ ਯੂਜ਼ ਕੀਤੇ ਜਾਂਦੇ ਨੇ, ਦੇਖੇ ਜਾਂਦੇ ਨੇ। ਤੇ ਇੰਟਰਨੈਟ ਦੀ ਸੁਵਿਧਾ ਜਿੱਥੇ ਤੱਕ ਸਮਾਲ ਸਕੇਲ ਬਿਜ਼ਨਸਮੈਨ ਵਾਸਤੇ ਆਪਾਂ ਗੱਲ ਕਰਦੇ ਹਾਂ, ਉਹਦੇ 'ਚ GST ਨੇ ਇੱਦਾਂ ਦੇ ਪ੍ਰੋਵੀਜ਼ਨ ਰੱਖੇ ਨੇ ਕਿ ਪਹਿਲਾਂ ਜਦੋਂ ਸਟਾਰਟ ਹੋਇਆ ਸੀਗਾ ਕਿ
ਜੇ ਤੁਹਾਡੀ ਸੇਲ 20 ਲੱਖ ਤੱਕ ਦੀ ਹੈਗੀ ਹੈ ਤਾਂ ਤੁਹਾਨੂੰ GST ਦਾਇਰੇ ਤੋਂ ਬਾਹਰ ਰਹੋ। ਜੀ। ਆਪਣੇ ਆਮ ਪਿੰਡਾਂ ਦੇ ਵਿੱਚ ਜਾਂ ਵਿਲੇजेस ਲੈਵਲ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹ ਪਹਿਲਾਂ ਸੇਲ ਟੈਕਸ ਮਹਿਕਮੇ ਨਾਲ ਵੀ ਰਜਿਸਟਰਡ ਨਹੀਂ ਸੀਗੇ, ਹੁਣ ਉਹ GST ਨਾਲ ਵੀ ਰਜਿਸਟਰਡ ਨਹੀਂ ਹੈਗੇ, ਤਾਂ ਉਹਨਾਂ ਵਾਸਤੇ ਕੋਈ ਚੇਂਜਸ ਨਹੀਂ ਹੈਗੇ। ਤੇ ਉਹ ਦਾਇਰਾ ਹੁਣ 20 ਲੱਖ ਤੋਂ ਵਧਾ ਕੇ 50 ਲੱਖ ਰੁਪਏ ਤੱਕ ਕਰਤਾ ਸਰਕਾਰ ਨੇ, ਔਰ ਜਿਹੜੀ ਕਿ ਕਾਫੀ ਪੋਜ਼ਿਟਿਵ ਗੱਲ ਬਹੁਤ ਮਤਲਬ ਉਹਦੇ ਨਾਲ ਕੀ ਹੋਇਆ ਕਿ ਜੇ ਆਪਾਂ ਕਹਿੰਦੇ ਕਿ ਮਹਿੰਗਾਈ ਵੱਧ ਰਹੀ ਹੈ 5-6% ਦੇ ਹਿਸਾਬ ਨਾਲ, ਤਾਂ ਮਹਿੰਗਾਈ ਦੀ ਟਰਨਓਵਰ 20 ਲੱਖ ਵਾਲੀ ਵੱਧ ਕੇ 30 ਲੱਖ ਹੋ ਜੂਗੀ, ਲੇਕਿਨ ਗਵਰਨਮੈਂਟ ਨੇ 50 ਲੱਖ ਦੀ ਲਿਮਿਟ ਤੱਕ ਉਹਨਾਂ ਨੂੰ GST ਦਾਇਰੇ ਤੋਂ ਬਾਹਰ ਕਰਤਾ। ਤਾਂ ਆਪਣੇ ਆਮ ਤੌਰ ਤੇ ਵਿਲੇजेस ਲੈਵਲ ਦੇ ਵਿੱਚ ਜਾਂ ਪਿੰਡੂ ਲੈਵਲ ਦੇ ਵਿੱਚ ਜਿਹੜਾ ਵੀ ਦੁਕਾਨਦਾਰ ਹੈਗਾ ਜਾਂ ਛੋਟਾ ਲਘੂ ਉਦਯੋਗ ਜਿਹਨੂੰ ਅਸੀਂ ਕਹਿੰਦੇ ਆ ਸਮਾਲ ਟਾਈਨੀ ਯੂਨਿਟਸ, ਉਹਨਾਂ ਦਾ ਬਿਜ਼ਨਸ ਇਸੇ ਲੈਵਲ ਦੇ ਵਿੱਚ ਹੀ ਹੈਗਾ ਕਿ ਉਹਨਾਂ ਨੂੰ GST ਦੇ ਵਿੱਚ ਆਉਣ ਦੀ ਲੋੜ ਹੀ ਕੋਈ ਨਹੀਂ। ਤਾਂ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ। GST ਇੰਸਪੈਕਟਰ ਜਾਂ GST ਗਵਰਨਮੈਂਟ ਉਹਨਾਂ ਦੇ ਵਾਸਤੇ ਕੋਈ ਇਦਾਂ ਦੀ ਪ੍ਰੋਵੀਜ਼ਨਸ ਨਹੀਂ ਲੈ ਕੇ ਆਈ ਕਿ ਉਹਨਾਂ ਨੂੰ ਕੋਈ ਤਕਲੀਫ ਹੋਵੇ। ਜਿੱਥੇ ਤੱਕ ਗੱਲ ਰਹੀ ਡਿਜੀਟਾਈਜੇਸ਼ਨ ਦੀ ਤੇ ਇੰਟਰਨੈਟ ਸੁਵਿਧਾ ਦੀ, ਅੱਜ ਦੇ ਦੌਰ ਤੇ mechanism of payment has become so convenient ਕਿ Paytm ਆ ਗਿਆ, ਰੂਪੇ ਆ ਗਿਆ, UPI ਆ ਗਿਆ, ਸਮਾਰਟਫੋਨਸ ਆ ਗਏ, ਤੇ ਛੋਟੇ ਰੇਹੜੀ ਵਾਲਿਆਂ ਨੇ ਵੀ ਸ਼ਹਿਰਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ 10 ਰੁਪਏ ਦੀ 20 ਰੁਪਏ ਦੀ ਵੀ ਚੀਜ਼ ਲੈਂਦਾ ਤਾਂ ਉਹ ਡਿਜੀਟਾਈਜੇਸ਼ਨ ਦੇ ਨਾਲ ਪੇਮੈਂਟ ਮੋਡ ਟ੍ਰਾਂਸਫਰ ਹੋ ਜਾਂਦਾ ਹੈ ਜੀ। ਤਾਂ ਇੱਕ ਇਹ ਸਟੈਪ ਹੈਗਾ ਜਿਹੜਾ ਕਿ ਗਵਰਨਮੈਂਟ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਫੈਸਿਲਿਟੇਟ ਕਰੇਗਾ ਰੈਵਨਿਊ ਨੂੰ ਮੋਬਿਲਾਈਜ਼ ਕਰਨ ਵਾਸਤੇ ਜੀ। ਟੈਕਸ ਪਿੰਡੂ ਦੁਕਾਨਦਾਰ ਵੀ ਦਿੰਦੇ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿੰਨਾ ਟੈਕਸ ਪੇ ਕਰਤਾ। ਜਿਹੜਾ ਸਮਾਨ ਲੈ ਕੇ ਆਉਂਦੇ ਨੇ ਉਹ ਕਿਸੇ ਹੋਲਸੇਲਰ ਤੋਂ ਲੈ ਕੇ ਆਏ, ਕਿਸੇ ਸਟਾਕਿਸਟ ਤੋਂ ਲੈ ਕੇ ਆਏ, ਸਟਾਕਿਸਟ ਨੇ ਅੱਗੇ ਡਿਸਟ੍ਰੀਬਿਊਟਰ ਤੋਂ ਲਿੱਤਾ, ਡਿਸਟ੍ਰੀਬਿਊਟਰ ਨੇ ਕੰਪਨੀ ਤੋਂ ਲਿੱਤਾ, ਤਾਂ ਟੈਕਸ ਤਾਂ ਉਹਨਾਂ ਨੂੰ ਹਰ ਸਟੇਜ ਤੇ ਲੱਗ ਕੇ ਆਇਆ ਜੀ। ਲੇਕਿਨ ਅਲਟੀਮੇਟਲੀ ਉਸ ਦੁਕਾਨਦਾਰ ਦੀ ਲਾਇਬਿਲਿਟੀ ਨਹੀਂ ਹੈਗੀ ਟੈਕਸ ਵਾਸਤੇ। ਤੇ ਹੁਣ 50 ਲੱਖ ਤੋਂ ਇੱਕ ਦਾਇਰਾ ਗਵਰਨਮੈਂਟ ਨੇ ਹੋਰ ਵੀ ਬਣਾਇਆ ਹੋਇਆ ਜਿਹੜਾ ਕਿ ਸੈਮੀ ਅਰਬਨ ਐਂਡ ਅਰਬਨ ਸਿਟੀਜ਼ ਵਾਸਤੇ ਵੀ ਹੈਗਾ। ਜਿੱਦਾਂ ਆਪਣੇ ਸਿਟੀਜ਼ ਦੇ ਵਿੱਚ ਵੀ ਜਿਹੜੀ ਦੁਕਾਨਦਾਰ ਹੈਗੇ ਨੇ ਜਿਨ੍ਹਾਂ ਦੀ ਟਰਨਓਵਰ 2 ਕਰੋੜ ਤੋਂ ਥੱਲੇ ਹੈ ਸਾਲ ਦੀ, ਯਾਨੀ ਕਿ ਮਹੀਨੇ ਦੀ 15 ਲੱਖ ਰੁਪਏ ਦੀ ਲਾ ਲਓ, ਰੋਜ਼ ਦੀ 50,000 ਦੀ ਸੇਲ ਲਾ ਲਓ, 30,000 50,000 ਦੇ ਦਾਇਰੇ ਦੇ ਵਿੱਚ, ਠੀਕ ਹੈ ਨਾ ਜੀ। ਉਸ ਸੇਲ ਵਾਲੇ ਬੰਦਿਆਂ ਨੂੰ ਵੀ GST ਦੇ ਵਿੱਚ ਇੱਕ ਕੰਪੋਜ਼ਿਟ ਲੇਵੀ ਸਕੀਮ ਹੈਗੀ ਹੈ ਜੀ। ਉਹ ਗੁਰਦੇਵ ਸਾਹਿਬ ਜ਼ਿਆਦਾ ਵਧੀਆ ਦੱਸ ਸਕਦੇ ਨੇ, 1% ਹੈ ਜਾਂ ਘੱਟ ਜ਼ਿਆਦਾ ਹੈਗੀ ਹੈ। ਉਹ ਇੰਨਾ ਟੈਕਸ ਤੁਸੀਂ ਸਾਲ ਦਾ ਪੇ ਕਰ ਦਿਓ, ਤੁਹਾਨੂੰ GST ਦੀ ਕੰਪਲਾਈਂਸ ਕਰਨ ਦੀ ਕੋਈ ਲੋੜ ਹੀ ਨਹੀਂ ਹੈਗੀ ਕਿਸੇ ਵੀ ਪਾਸੇ ਜੀ। ਟ੍ਰਾਂਸਪੇਰੈਂਸੀ ਦੀ ਤੁਸੀਂ ਗੱਲ ਕੀਤੀ ਸਰ, ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗੀ ਕਿ ਤੁਸੀਂ ਇਹ ਕਲੀਅਰ ਕਰ ਦਿਓ ਕਿ ਕਿੰਨਾ % ਟੈਕਸ ਜਿਹੜਾ ਆ ਅਰਬਨ ਦੇ ਵਿੱਚ ਉਹ ਦੇਣਾ ਪੈ ਰਿਹਾ ਦੁਕਾਨਦਾਰ ਨੂੰ। ਉਹ ਸਪੈਸੀਫਿਕ ਅਰਬਨ ਔਰ ਰੂਰਲ ਦੇ ਰਿਲੇਟਡ ਨਹੀਂ ਹੈਗਾ ਜੀ, ਇਹ ਹੈਗਾ ਕਮੋਡਿਟੀ ਵਾਈਜ਼ ਜੀ। ਮਤਲਬ ਕਮੋਡਿਟੀਜ਼ ਹੈਗੀਆਂ ਉਹਦੇ ਤੇ 5%, 12%, 18%, 28% ਇਸ ਤਰ੍ਹਾਂ ਲੱਗਦਾ ਹੈ। ਪਰ ਜਿਹੜੀ ਗੁਪਤਾ ਜੀ ਨੇ ਗੱਲ ਦੱਸੀ ਹੈ ਉਹ ਇਹ ਹੈ ਕਿ ਆਮ ਜਿਹੜੇ ਛੋਟੇ ਵਪਾਰੀ ਹੈ ਉਹ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕਰਦੇ ਸੀਗੇ ਕਿ ਉਹ ਦੇ ਆਰ ਨਾਟ ਕੰਫਰਟੇਬਲ ਵਿਦ ਕਿ ਮੈਂ ਉਹ ਰਿਟਰਨ ਕਿੱਦਾਂ ਫਾਈਲ ਕਰਾਂਗਾ, ਉਹ ਪੋਰਟਲਸ ਕਿੱਦਾਂ ਚਲਾਵਾਂਗਾ, ਪਰ ਉਹਨਾਂ ਨੂੰ ਗਵਰਨਮੈਂਟ ਨੇ ਸੇਮ ਸਿਸਟਮ 'ਚ ਹੀ ਰੱਖਿਆ ਹੈ ਕਿ ਤੁਸੀਂ ਕੰਮ ਕਰੋ, ਬਟ ਉਹਦੇ 'ਚ ਤੁਹਾਨੂੰ GST ਆਉਣ ਦੇ ਕਰਕੇ ਕੋਈ ਡਰਨ ਦੀ ਲੋੜ ਨਹੀਂ ਹੈ। ਤੇ ਉਹਨਾਂ ਲਈ ਕੰਪੋਜ਼ਿਟ ਸਕੀਮ ਜਿੱਦਾਂ ਇਹਨਾਂ ਨੇ ਦੱਸੀ ਹੈ ਕਿ ਉਹਦੇ 'ਚ ਉਹਨੇ ਨਾ ਤਾਂ ਕੋਈ ਟੈਕਸ ਕਲੈਕਟ ਕਰਨਾ ਹੈ ਤੇ ਨਾ ਹੀ ਉਹਨੇ ਕੋਈ ਰਿਟਰਨ ਇੱਦਾਂ ਦੀ ਫਾਈਲ ਕਰਨੀ। ਉਹ ਸਾਲ ਦੇ ਵਿੱਚ ਇੱਕ ਐਂਡ 'ਤੇ ਉਹਨੇ ਦੱਸਣਾ ਜਾ ਕੇ ਮੇਰੇ ਇੰਨੇ ਹੈਗੇ ਪੇ ਕੀਤੇ ਸੀ, ਇਹਨੂੰ ਫਿਕਸ ਜਿੰਨੀ ਵੀ ਸੇਲ ਹੈ ਉਸ 'ਤੇ ਉਹਨੂੰ ਟੈਕਸ ਪੇ ਕਰੀ ਜਾਣਾ। ਤੇ ਉਹਨੂੰ ਕੋਈ ਉਹ ਡੇ ਟੂ ਡੇ ਸਿਸਟਮ 'ਚ ਜਾਂ ਮੰਥਲੀ ਸਿਸਟਮ 'ਚ, ਕੁਆਟਰਲੀ ਸਿਸਟਮ 'ਚ ਕੋਈ ਵੀ ਰਿਟਰਨਸ ਹੈ ਸੱਚ ਫਾਈਲ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਐਂਡ ਉਹ ਮਿਨੀਮਮ ਥ੍ਰੈਸ਼ਹੋਲਡ ਜਿਹੜੀ ਆਪਾਂ ਦੱਸੀ ਹੈ ਉਹ ਥ੍ਰੈਸ਼ਹੋਲਡ ਤੱਕ ਉਹਨਾਂ ਨੂੰ ਤਾਂ ਰਜਿਸਟ੍ਰੇਸ਼ਨ ਲੈਣ ਦੀ ਵੀ ਲੋੜ ਨਹੀਂ ਹੈਗੀ ਹੈ ਜੀ ਕਿ ਉਹਨਾਂ ਨੂੰ ਕੋਈ ਰਜਿਸਟ੍ਰੇਸ਼ਨ। ਹੁਣ ਤਾਂ ਇੱਕ ਜਿਹੜੀ ਇਸ ਲਾਸਟ ਕਾਉਂਸਲ ਦੀ ਮੀਟਿੰਗ ਸੀ ਉਹਦੇ 'ਚ ਇਹਨਾਂ ਨੇ ਕੀ ਹੈ, ਹੁਣ ਤੁਸੀਂ ਦੇਖਿਆ ਹੋਣਾ ਐਮਾਜ਼ੋਨ, ਫਲਿੱਪਕਾਰਟ ਇਹਨਾਂ ਸਾਰਿਆਂ 'ਤੇ ਨਾ ਬਹੁਤ ਲੇਡੀਜ਼ ਵੀ ਇਵਨ ਘਰਾਂ 'ਚ ਕੰਮ ਕਰਦੀਆਂ ਹੈ ਕਿ ਉਹ ਛੋਟਾ ਸਮਾਨ ਉਹਦੇ ਥਰੂ ਵੇਚਦੀਆਂ ਜੀ। ਤੇ ਉਹਦੇ 'ਚ ਵੀ ਗਵਰਨਮੈਂਟ ਨੇ ਹੁਣ ਕਰਿਆ ਕਿ ਅਗਰ ਉਹ ਜਿਹੜੀ ਥ੍ਰੈਸ਼ਹੋਲਡ ਲਿਮਿਟ ਹੈ ਜਿੱਥੇ ਤੱਕ ਉਹਨੂੰ ਰਜਿਸਟ੍ਰੇਸ਼ਨ ਲੈਣ ਦੀ ਲੋੜ ਨਹੀਂ, ਤਾਂ ਉਹ ਈ-ਕਾਮਰਸ ਤੇ ਵੀ ਅਗਰ ਸੈਲ ਕਰਦੇ ਤਾਂ ਉਹਨਾਂ ਨੂੰ ਵੀ ਲੈਣ ਦੀ ਲੋੜ ਨਹੀਂ ਹੈਗੀ ਰਜਿਸਟ੍ਰੇਸ਼ਨ ਜੀ। ਤੇ ਤਾਂ ਵੀ ਉਹ ਉਹਦੇ 'ਚ ਕੰਫਰਟੇਬਲ ਹੈ ਕਿ ਉਹਨਾਂ ਨੂੰ ਕੋਈ ਕੰਪਲਾਇੰਸਿਸ ਵਾਲਾ ਬੋਝ ਜਾਂ ਕੋਈ ਕਿਸੇ ਪ੍ਰੋਫੈਸ਼ਨਲ ਦੇ ਨਾਲ ਕੋਈ ਟਾਈ ਅਪ ਰੱਖਣਾ ਉਹ ਵੀ ਦੀ ਰਿਕੁਆਇਰਮੈਂਟ ਨਹੀਂ ਹੈ ਜੀ। ਇਸੇ ਲਾਸਟ ਮੀਟਿੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਲਈ ਕਿਹੜੀਆਂ ਨਵੀਆਂ ਰਣਨੀਤੀਆਂ ਬਣਾਈਆਂ ਗਈਆਂ ਨੇ? ਇਸ 'ਚ ਦੇਖੋ ਜੀ ਜਿਹੜੀ ਪਿਛਲੀ ਮੀਟਿੰਗ ਸੀਗੀ ਉਹਦੇ 'ਚ ਕੁਛ ਇੱਕ ਇੱਦਾਂ ਦੀਆਂ ਐਗਜ਼ੈਂਪਸ਼ਨਸ ਜਿਹੜੀਆਂ ਸੀਗੀਆਂ ਉਹ ਟੈਕਨੀਕਲ ਹੈ। ਇੱਕ ਐਨੂਅਲ ਰਿਟਰਨ ਜਾਂਦੀ ਹੈ, ਫਾਰਮ 9 ਹੁੰਦਾ ਹੈ, ਉਹ ਫॉर ਦਾ ਟਾਈਮਿੰਗ ਜਿਹੜਾ ਫਾਈਨੈਂਸ਼ੀਅਲ ਈਅਰ 2021 ਹੈ ਉਹਦੇ ਲਈ ਉਹਨਾਂ ਨੇ ਖਤਮ ਕਰਤਾ ਐਂਡ ਅੱਗੇ ਵੀ ਉਹਨੂੰ ਇੱਦਾਂ ਕੰਟੀਨਿਊ ਕਰਨ ਦਾ ਉਹਨਾਂ ਨੇ ਇੱਕ ਰੱਖਿਆ ਹੈ। ਐਂਡ ਇੱਕ ਜਿਹੜੀ ਗਰੁੱਪ ਆਫ ਮਿਨਿਸਟਰਸ ਦੀ ਮੀਟਿੰਗ ਬਣਾਤੀ ਹੈ
ਜੀ ਤੇ ਉਹ ਦੇ ਵਿਲ ਲੁੱਕ ਇਨਟੂ ਕਿ ਹੋਰ ਕਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਫੇਸ ਕਰ ਰਹੇ ਨੇ ਛੋਟੇ ਜਾਂ ਨਾਰਮਲ ਇੰਡਸਟਰੀ, ਉਹਦੇ ਚ ਟੈਕਸਟਾਈਲ ਇੰਡਸਟਰੀ ਦੇ ਬਹੁਤ ਇਸ਼ੂਜ਼ ਸੀਗੇ ਜੀ ਉਹਨਾਂ ਦੇ ਬਾਰੇ ਚ, ਕਿ ਉਹ ਜਿਹੜੀ ਮਿਨਿਸਟਰਸ ਦੇ ਗਰੁੱਪ ਹੈਗੇ ਦੇ ਵਿਲ ਡਿਸਾਈਡ ਅਬਾਊਟ ਦਿਸ ਕਿ ਉਹ 'ਚ ਕੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਹੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਇੱਕ ਕਨਫਿਊਜ਼ਨ ਰਹਿੰਦੀ ਸੀਗੀ ਇਸ ਸਪੈਸੀਫਿਕ ਮੀਟਿੰਗ 'ਚ ਡਿਸਕਸ ਹੋਇਆ ਕਿ ਬ੍ਰਾਂਡਡ ਆਈਟਮ ਜਿਹੜੀਆਂ ਹੈਗੀਆਂ ਉਹਨਾਂ ਤੇ ਟੈਕਸ ਲੱਗਦਾ ਹੈ, ਜਿਹੜੀਆਂ ਨਾਨ ਬ੍ਰਾਂਡਡ ਆ ਉਹਨਾਂ ਤੇ ਟੈਕਸ ਨਹੀਂ ਲੱਗਦਾ। ਜੀ ਤੇ ਉਹਦੇ 'ਚ ਬੜਾ ਕਨਫਿਊਜ਼ਨ ਸੀ ਕਿ ਕਿਹੜੀ ਬ੍ਰਾਂਡਡ ਆਈਟਮ ਆ ਕਿਹੜੀ ਨਾਨ ਨਾਨ ਬ੍ਰਾਂਡਡ ਹੈ। ਬ੍ਰਾਂਡਡ ਜੀ ਤੇ ਹੁਣ ਉਹ ਵੀ ਉਹਨਾਂ ਨੇ ਖਤਮ ਕਰਕੇ ਉਹਦਾ ਨੈਗੇਟਿਵ ਪੋਜ਼ਿਟਿਵ ਦੋਨੇ ਹੀ ਹੈ ਕਿ ਉਹਨਾਂ ਨੇ ਜਿਹੜੀਆਂ ਪੈਕਡ ਪ੍ਰੀ ਪੈਕਡ ਜਿਹੜੀਆਂ ਆਈਟਮਸ ਹੈ ਉਹਨਾਂ ਤੇ ਟੈਕਸ ਲਾਤਾ, ਐਂਡ ਜਿਹੜੀਆਂ ਨਾਨ ਪੈਕਡ ਹੈ ਜਾਂ ਪ੍ਰੀ ਪੈਕੇਜ ਨਹੀਂ ਹੈਗੀਆਂ ਉਹਨਾਂ ਤੇ ਟੈਕਸ ਨਹੀਂ ਲਾਇਆ। ਉਹਦੇ ਨਾਲ ਕਈਆਂ ਤੇ ਟੈਕਸ ਵੱਧ ਵੀ ਗਿਆ, ਕਈਆਂ ਤੇ ਟੈਕਸ ਘੱਟ ਵੀ ਗਿਆ। ਜੀ ਤੇ ਇਹ ਇੱਕ ਅੱਛਾ ਉਹਦੇ 'ਚ ਸੀਗਾ। ਕੁਛ ਇੱਕ ਨੈਗੇਟਿਵ ਵੀ ਹੋਈਆਂ ਹੈ ਕਿ ਜਿੱਦਾਂ ਹੁਣ ਤੁਸੀਂ ਹਸਪੀਟਲਸ ਹੈਗੇ ਆ, ਹਸਪੀਟਲ 'ਚ ਅਗਰ ਤੁਸੀਂ 5000 ਤੋਂ ਵੱਧ ਦਾ ਰੂਮ ਹੈ ਉਹਦੇ ਤੇ ਵੀ GST ਲਾਤਾ, ਓਕੇ ਜਿਹੜਾ ਪਹਿਲਾਂ ਨਹੀਂ ਸੀਗਾ। ਜੀ ਐਂਡ ਹੋਟਲ ਰੂਮ 'ਚ 1000 ਰੁਪਏ ਤੱਕ ਦਾ ਜਿਹੜਾ ਰੂਮ ਹੁੰਦਾ ਸੀ ਉਹਦੇ ਤੇ GST ਨਹੀਂ ਸੀ, ਉਹਦੇ ਤੇ ਇਹਨਾਂ ਨੇ GST ਲਾਤਾ ਹੈ। ਓਕੇ ਕੁਛ ਇੱਕ ਇੱਦਾਂ ਦੀਆਂ ਰੇਲਵੇਜ਼ ਦੇ ਰਿਲੇਟਡ ਜਾਂ ਟਰਾਂਸਪੋਰਟ ਦੇ ਰਿਲੇਟਡ ਜਿਹੜੀਆਂ ਚੀਜ਼ਾਂ ਸੀ ਥਰੂ ਟਰਾਂਸਪੋਰਟ ਭੇਜਦੇ ਆ, ਥਰੂ ਰੇਲਵੇਜ਼ ਭੇਜਦੇ ਆ, ਉਹਨਾਂ ਦੇ ਪਹਿਲੇ GST ਨਹੀਂ ਸੀ, ਬਟ ਉਹਨਾਂ ਨੂੰ GST ਦੇ ਦਾਇਰੇ 'ਚ ਲਿਆਏ। ਨੈਗੇਟਿਵ ਇੱਕ ਜਿਹੜਾ ਮੈਨੂੰ ਲੱਗਦਾ, ਕਿਉਂਕਿ ਐਗਰੀਕਲਚਰ ਇੱਕ ਸਾਡਾ ਇਦਾਂ ਦਾ ਸੈਕਟਰ ਹੈ ਕਿ ਜਿਹੜਾ ਕੁਝ ਪ੍ਰੋਡਿਊਸ ਕਰਦਾ ਹੈ ਜੀ, ਐਂਡ ਜਿਹੜੀ ਸਾਡੀ 80% ਇਕਨੋਮੀ ਹੈਗੀ ਹੈ ਉਹਦੇ ਤੇ ਬੇਸਡ ਰਹਿੰਦੀ ਹੈ ਜੀ ਉਸ 'ਚ ਜਿਹੜੀਆਂ ਮਸ਼ੀਨਸ ਯੂਜ਼ ਹੁੰਦੀਆਂ ਮਤਲਬ ਪ੍ਰੋਡਿਊਸ ਨੂੰ ਫਰਦਰ ਪ੍ਰੋਸੈਸ ਕਰਨ ਵਾਸਤੇ, ਉਹਦੇ 'ਚ ਕੁਝ ਮਸ਼ੀਨਸ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਜਿੱਦਾਂ ਹੁਣ ਅਸੀਂ ਦਾਲਾਂ ਹੈ ਜਾਂ ਮਸਾਲੇ ਹੈ ਉਹਨਾਂ ਨੂੰ ਪ੍ਰੋਸੈਸ ਕਰਨਾ, ਉਹ ਵਾਲੀਆਂ ਮਸ਼ੀਨਰੀਜ਼ ਤੇ ਵੀ ਟੈਕਸ ਇਹਨਾਂ ਨੇ ਇਨਕਰੀਜ਼ ਕਰਤਾ। ਓਕੇ ਤੇ ਉਹ ਅਲਟੀਮੇਟਲੀ ਉਹਦਾ ਕਾਸਕੈਡਿੰਗ ਇਫੈਕਟ ਹੋਏਗਾ ਕਿ ਉਹ ਮਸ਼ੀਨ ਮਹਿੰਗੀ ਹੈ ਤੇ ਉਹਦੀ ਪ੍ਰੋਸੈਸਿੰਗ ਮਹਿੰਗੀ ਹੋਗੀ, ਪ੍ਰੋਸੈਸਿੰਗ ਮਹਿੰਗੀ ਹੋਗੀ ਤਾਂ ਅਲਟੀਮੇਟਲੀ ਜਿਹੜਾ ਐਂਡ ਕੰਜ਼ਿਊਮਰ ਹੈ ਉਹਨੂੰ ਮਹਿੰਗੀ ਮਿਲੇਗੀ ਜੀ, ਉਹਦਾ ਬੋਝ ਵੀ ਫਿਰ ਜਿਹੜਾ ਉਹਦਾ ਬੋਝ ਵਧੇਗਾ। ਤੇ ਇਹ ਥੋੜੀਆਂ ਇਦਾਂ ਦੀਆਂ ਸੀਗੀਆਂ, ਬਟ ਡੈਫੀਨਿਟਲੀ ਪੋਜ਼ਿਟਿਵ ਥਿੰਗ ਇਜ਼ ਕਿ ਜਿਹੜਾ ਇੱਕ ਇਹਨਾਂ ਨੇ ਗਰੁੱਪ ਆਫ ਮਿਨਿਸਟਰਸ ਦੀ ਇੱਕ ਬਣਾਈ ਹੈ, ਗਰੁੱਪ ਬਣਾਇਆ ਹੈ ਕਮੇਟੀ, ਤੇ ਉਹ ਕਮੇਟੀ ਬਣਾਈ ਹੈ, ਤੇ ਉਹ ਇੱਕ ਪੋਜ਼ਿਟਿਵ ਚੀਜ਼ਾਂ ਉਹਦੇ ਚੋਂ ਜਿਹੜੇ ਵੀ ਲੋਕਾਂ ਦੀਆਂ ਪ੍ਰੋਬਲਮਸ ਹੈ ਜਾਂ ਫੇਸ ਕਰ ਰਹੇ ਆ ਫੀਡਬੈਕ ਦੇ ਬੇਸ ਤੇ ਉਹ ਦੇ ਵਿਲ ਬੀ ਕੰਸੀਡਰਿੰਗ ਫॉर द ਰੈਜ਼ੋਲੂਸ਼ਨ ਐਂਡ ਦ ਸੋਲੂਸ਼ਨ ਫॉर दैट। ਜੀ ਸੰਜੀ ਸਰ ਨੇ ਸਮ ਅਪ ਕਰ ਦਿੱਤਾ ਕਿ ਹੁਣ ਕੀ ਚੇਂਜਸ ਜਿਹੜੇ ਨੇ ਉਹ ਆਏ ਨੇ, ਪਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੀ ਸਮਾਲ ਸਕੇਲ ਇੰਡਸਟਰੀ ਹੈ ਉਹਨੇ ਇਹੀ ਮੰਨਿਆ ਕਿ GST ਸਾਡੇ ਲਈ ਬਹੁਤ ਖਤਰਨਾਕ ਰਿਹਾ ਹੈ। ਕਿਤੇ ਨਾ ਕਿਤੇ ਇਹ ਟਰਮ ਵੀ ਗੱਬਰ ਟੈਕਸ ਟਾਈਪ ਟਰਮ ਵੀ ਇਹਦੇ ਲਈ ਯੂਜ਼ ਕੀਤੀ ਗਈ ਹੈ। ਤੁਸੀਂ ਐਜ਼ ਐਨ ਇੰਡਸਟਰੀਅਲਿਸਟ GST ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ ਜੀ, ਜਦੋਂ ਵੀ ਕੋਈ ਨਵਾਂ ਟੈਕਸ ਕੋਈ ਵੀ ਲੈਜਿਸਲੇਟਿਵ ਅਨਾਉਂਸਮੈਂਟ ਦੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਹੈ ਤੇ ਉਹਦੇ 'ਚ ਕੁਝ ਕਨਫਿਊਜ਼ਨਸ ਰਹਿੰਦੀਆਂ ਨੇ ਜਦ ਤੱਕ ਉਹਨੂੰ ਟ੍ਰੇਡ ਮਹਿਸੂਸ ਨਾ ਕਰੇ, ਯੂਜ਼ ਨਾ ਕਰੇ, ਵਰਤੇ ਨਾ। ਜਦੋਂ GST ਆਇਆ ਤਾਂ ਇਸ ਤਰ੍ਹਾਂ ਦੀ ਕਨਫਿਊਜ਼ਨ ਬਹੁਤ ਸੀਗੀ ਜੀ, ਸਾਰਿਆਂ ਵਾਸਤੇ, ਚਾਹੇ ਉਹ ਗਵਰਨਮੈਂਟ ਆਫਿਸਰਸ ਨੇ ਜਿਨ੍ਹਾਂ ਨੇ ਇੰਪਲੀਮੈਂਟ ਕਰਨਾ ਹੈ, ਚਾਹੇ ਉਹ ਕੰਸਲਟੈਂਟ ਨੇ ਜਿਨ੍ਹਾਂ ਨੇ ਰਾਏ ਦੇਣੀ ਹੈ, ਤੇ ਚਾਹੇ ਉਹ ਇੰਡਸਟਰੀ ਹੈ ਜਿਨ੍ਹਾਂ ਨੇ ਆਪਣੇ ਸਿਸਟਮ 'ਚ ਉਹਨੂੰ ਲੈ ਕੇ ਆਉਣਾ ਹੈ। ਠੀਕ ਹੈ, ਉਹ ਨਵਾਂ ਕਾਨੂੰਨ ਬਣਿਆ ਸੀਗਾ ਤੇ ਉਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਤੇ ਚੈਲੰਜਿੰਗ ਐਨਵਾਇਰਨਮੈਂਟ ਸੀਗਾ ਸਮਝਣ ਦਾ, ਸਮਝਾਉਣ ਦਾ, ਇੰਪਲੀਮੈਂਟ ਕਰਨ ਦਾ ਜੀ। ਤੇ ਹੌਲੀ ਹੌਲੀ ਜਦੋਂ ਇੰਡਸਟਰੀ ਨੇ ਉਸ ਚੀਜ਼ ਨੂੰ ਸਮਝਿਆ ਤਾਂ ਇਹ ਚੀਜ਼ ਬਿਲਕੁਲ ਕਲੀਅਰ ਹੋ ਗਈ ਕਿ ਇਹ ਤੋਂ ਵਧੀਆ ਸਿਸਟਮ ਸਾਡੇ ਕੋਲ ਪਹਿਲਾਂ ਨਹੀਂ ਸੀਗਾ। 75 ਸਾਲ ਜਿਹੜੇ ਆਪਾਂ ਬਿਜ਼ਨਸ ਚਲਾਏ ਨੇ ਆਜ਼ਾਦੀ ਤੋਂ ਬਾਅਦ, ਉਹਦੇ 'ਚ ਇਹ ਸਿੰਗਲ ਨੇਸ਼ਨ ਸਿੰਗਲ ਟੈਕਸ ਸਿਸਟਮ ਨਹੀਂ ਹੁੰਦਾ ਸੀਗਾ। ਇੱਕ ਛੋਟਾ ਜਿਹਾ ਮਸਲਾ ਹੈਗਾ, ਜਿੱਦਾਂ ਮੰਨ ਲਓ ਮੈਂ ਫੈਕਟਰੀ ਚਲਾਉਣਾ, ਮੇਰਾ ਰॉ ਮਟੀਰੀਅਲ ਜੇ ਮੇਰੀ ਫੈਕਟਰੀ ਸੇ ਚੰਡੀਗੜ੍ਹ ਹੈਗੀ ਹੈ ਤੇ ਮੈਂ ਮੋਹਾਲੀ ਤੋਂ ਲੈ ਕੇ ਆਉਣਾ, ਤਾਂ ਮੋਹਾਲੀ ਮੈਨੂੰ ਇੱਕ ਟੈਕਸ ਲਾਉਂਦਾ ਸੀਗਾ ਜਿਹੜਾ ਕਿ ਮੇਰੀ ਕਾਸਟ ਦੇ ਵਿੱਚ ਇਨਕਲੂਡ ਹੋ ਜਾਂਦਾ ਸੀਗਾ। ਤੇ ਜੇ ਮੈਂ 100 ਰੁਪਏ ਦੀ ਚੀਜ਼ ਲਿੱਤੀ ਤਾਂ ਉਹਨਾਂ ਨੇ ਮੈਨੂੰ CST ਕਹਿੰਦੇ ਸੀਗੇ ਅਸੀਂ, ਇੰਟਰਸਟੇਟ ਮੂਵਮੈਂਟ ਵਾਸਤੇ, ਉਹ 2% ਲੱਗਦਾ ਸੀਗਾ ਮੰਨ ਲਓ, ਤੇ ਮੇਰੀ ਚੀਜ਼ ਦੀ ਕਾਸਟ ਇੱਥੇ 102 ਰੁਪਏ ਹੋ ਗਈ। ਮੈਂ ਉਹਨੂੰ ਬਣਾਇਆ ਤੇ ਮੈਨੂੰ ਇੱਥੇ ਸੈਂਟਰਲ ਐਕਸਾਈਜ਼ ਡਿਊਟੀ ਲੱਗੀ, ਉਹਦੇ ਉੱਤੇ ਵੈਟ ਵੀ ਲੱਗਿਆ, ਤਾਂ ਯਾਨੀ ਮੇਰੀ ਮੈਨੂਫੈਕਚਰਿੰਗ ਡਿਊਟੀ ਮੰਨ ਲਓ 12% ਹੈ ਤੇ 102 ਜਮਾ 12 114 ਅੰਦਾਜ਼ਾ, ਉਹਦੇ ਉੱਤੇ ਵੈਟ ਲੱਗ ਗਿਆ ਮੰਨ ਲਓ 10% ਹੈ, ਪਲੱਸ 14 ਦੇ ਉੱਤੇ 10 ਹੋਰ ਲਾ ਲਓ, 24 25 ਰੁਪਏ ਬਣ ਗਏ, ਤਾਂ 100 ਵਾਲੀ ਚੀਜ਼ ਮੈਨੂੰ 125 ਦੀ ਪੈ ਗਈ ਜੀ। ਤੇ ਮੈਂ ਜਦੋਂ ਵੇਚੂੰਗਾ ਤਾਂ 125 ਪਲੱਸ ਕਰਕੇ ਵੇਚੂੰਗਾ, ਚਾਹੇ ਮੈਂ 5 ਰੁਪਏ ਕਮਾਣੇ 10 ਕਮਾਣੇ, ਉਹ ਦੈਟ ਇਜ਼ ਮੇਰਾ ਆਪਣਾ ਸਟੈਂਡਰਡ ਰਹੇਗਾ ਕਿ ਮੇਰੇ ਖਰਚੇ ਕੀ ਨੇ, ਮੇਰਾ ਪ੍ਰੋਫਿਟ ਕੀ ਹੈਗਾ ਜੀ। ਤਾਂ ਕਸਟਮਰ ਨੇ ਉਹਦੇ 'ਚ 124 ਰੁਪਏ ਦੇ ਵਿੱਚ 125 ਰੁਪਏ ਜਿਹੜੀ ਮੇਰੀ ਕਾਸਟ ਹੈ, ਮੈਂ ਕਾਸਟ ਆਫ ਬੀਅਰ ਕੀਤੀ। ਅਲਟੀਮੇਟਲੀ ਉਹ ਮੈਂ ਜਦੋਂ ਕੰਜ਼ਿਊਮਰ ਨੂੰ ਵੇਚੀ ਜਾਂ ਕਿਸੇ ਕਸਟਮਰ ਨੂੰ ਵੇਚੀ ਤਾਂ ਉਹਨੂੰ ਮੈਂ 140 ਦੀ ਵੇਚਤੀ। ਤਾਂ ਕਸਟਮਰ ਨੇ ਮੈਨੂੰ 24 ਰੁਪਏ ਟੈਕਸ ਵਾਲੇ ਵਾਪਸ ਕਰਤੇ, ਮੈਂ ਸਰਕਾਰ ਨੂੰ ਪਹਿਲਾਂ ਜਮ੍ਹਾਂ ਕਰਾਏ ਹੋਏ ਸੀਗੇ ਇਨਡਾਇਰੈਕਟਲੀ। ਸੋ ਨਾਓ ਵਿਦ ਦ GST what has happened that the GST has been levied
by the Mohali guy हाँ to me directly जी as say straight away 10% or 12% as the rate is। ਜੀ ਉਹ 12 ਰੁਪਏ ਮੇਰੇ ਕੋਲ ਆ ਗਏ, ਮੈਂ ਉਹਨੂੰ 120 ਚ ਵੇਚਿਆ ਅੱਗੇ, ਮੇਰੀ ਹੁਣ ਕਾਸਟਿੰਗ 124 ਦੀ ਨਹੀਂ ਹੋਈ, ਉਹ 112 ਦੀ ਹੋਈ, 100 ਜਮਾ 12 ਜੀ ਤੇ ਮੈਂ 120 ਦੀ ਵੇਚ ਕੇ ਉਤੇ 12 ਰੁਪਏ ਹੋ ਲਾਏ, ਤਾਂ ਮਤਲਬ 14 ਰੁਪਏ ਮੈਂ ਟੈਕਸ ਦੇ ਲਾਏ, ਤਾਂ ਮੈਂ 12 ਆਲਰੇਡੀ ਪੇ ਕੀਤੇ ਸੀ, ਕਸਟਮਰ ਨੂੰ ਉਹ 14 ਰੁਪਏ ਦਾ ਟੈਕਸ ਪਿਆ, ਤਾਂ ਕਾਸਕੇਡਿੰਗ ਇਫੈਕਟ ਪਹਿਲੇ 24 ਹੁੰਦਾ ਸੀਗਾ, ਹੁਣ 14 ਰਹਿ ਗਿਆ। ਜੀ So GST has given a complete freedom from cascading effect of duties, which has gone lighter in terms of the cost ਜੀ for an ultimate consumer। ਉਹਦੇ ਵਿੱਚ ਕੰਜ਼ਿਊਮਰ ਨੂੰ ਅਲਟੀਮੇਟਲੀ ਲੋਅਰ ਪ੍ਰਾਈਸਿਸ ਤੇ ਮਟੀਰੀਅਲ ਮਿਲ ਸਕਦਾ ਹੈ, ਆਪਾਂ ਮਹਿੰਗਾਈ ਨੂੰ ਸਾਈਡ ਤੇ ਰੱਖ ਦਈਏ। ਅਗਰ ਅਸੀਂ ਟੈਕਸੇਸ਼ਨ ਸਟਰਕਚਰ ਦੇ ਵਿੱਚ ਸਮਝੀਏ ਤਾਂ ਟੈਕਸੇਸ਼ਨ ਸਟਰਕਚਰ ਦਾ ਜਿਹੜਾ ਐਲੀਮੈਂਟ ਸੀਗਾ ਇਨੀਸ਼ੀਅਲੀ ਵਾਸ ਹਾਇਰ ਦੈਨ ਇਟ ਇਜ਼ ਇਨ GST। GST ਦੇ ਵਿੱਚ ਕੋਈ ਵੀ 1 ਰੁਪਈਆ ਵੀ ਐਡੀਸ਼ਨਲ ਟੈਕਸ ਦਾ ਇੰਡਸਟਰੀ ਨੂੰ ਨਹੀਂ ਪਿਆ, ਜੀ ਬਲਕਿ 1 ਰੁਪਇਆ ਘਟਿਆ ਹੋਏਗਾ ਉਹਨਾਂ ਦੇ ਟੈਕਸ ਕਾਸਟ ਦੇ ਵਿੱਚ। ਸੋ ਇਹ ਜਦੋਂ ਕਲੈਰਿਟੀ ਹੌਲੀ ਹੌਲੀ ਲੋਕਾਂ ਨੇ ਮਹਿਸੂਸ ਕੀਤੀ ਜੀ ਤੇ ਉਹਨਾਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ। ਤਕਰੀਬਨ ਤੁਸੀਂ ਇਹ ਲਾ ਲਓ ਕਿ ਜੇ ਯੂਜ਼ਰ ਡਾਟਾਬੇਸ ਅਸੀਂ ਦੇਖੀਏ ਇੰਡਸਟਰੀ ਦਾ, ਇਨੀਸ਼ੀਅਲੀ 2017 ਦੇ ਵਿੱਚ ਜਦੋਂ ਆਪਾਂ ਕਹਿੰਦੇ GST ਆਇਆ, ਤਾਂ ਜਦੋਂ ਕਨਵਰਜਨ ਹੋਈ ਪੁਰਾਣੇ ਟੈਕਸ ਤੋਂ ਨਵੇਂ ਟੈਕਸ ਦੇ ਵਿੱਚ, ਤਾਂ ਯੂਜ਼ਰ ਬੇਸ ਸੀਗਾ ਮੰਨ ਲਓ 25 ਲੱਖ ਇੰਡਸਟਰੀਜ਼ ਦਾ, ਅੱਜ ਦੀ ਡੇਟ ਦੇ ਵਿੱਚ ਉਹ 85 ਲੱਖ ਇੰਡਸਟਰੀ ਆ ਚੁੱਕੀ ਹੈ। ਜੀ So that means there is a tremendous growth ਜੀ in the GST compliances as well as GST registration as well as GST collection। ਜੀ ਪਹਿਲਾਂ ਇਹ ਪੈਸਾ ਗਵਰਨਮੈਂਟ ਦੇ ਕੋਲ ਸਿਸਟਮ ਦੇ ਵਿੱਚ ਆਂਦਾ ਨਹੀਂ ਸੀਗਾ, ਜੀ ਯਾਨੀ ਕਿ ਹੁਣ ਟ੍ਰਾਂਸਪੇਰੈਂਸੀ ਥੋੜੀ ਬਹੁਤ ਜ਼ਿਆਦਾ ਹੈ। ਜੀ ਹੁਣ ਟ੍ਰੇਡ ਨੂੰ ਕੋਈ ਜਨਾਖਨਾ ਇੰਸਪੈਕਟਰ ਆ ਕੇ ਤੰਗ ਨਹੀਂ ਕਰਦਾ ਜੀ, ਜੀ ਸਾਰੀ ਚੀਜ਼ਾਂ ਤੁਹਾਡੀਆਂ ਡਿਜੀਟਲ ਮੋਡ ਤੇ ਨੇ, ਜੀ ਹਰ ਚੀਜ਼ ਦਾ ਡਾਟਾ ਤੁਹਾਡਾ ਰਿਕਾਰਡਡ ਹੈ, ਤੁਸੀਂ ਆਪ ਆਪਣਾ ਡਾਟਾ ਪੰਚ ਕਰਨਾ ਹੈ। ਸਿਸਟਮ ਐਨਾਲਿਟੀਕਲ ਲੋਗਰਿਥਮ ਬੇਸਡ ਹੈਗਾ, ਉਹਨੇ ਦੇਖਣਾ ਹੈਗਾ ਕਿ ਤੁਸੀਂ ਕੋਈ ਗਲਤੀ ਕੀਤੀ ਹੈ ਤਾਂ ਤੁਹਾਨੂੰ ਸਿਸਟਮ ਤੋਂ ਹੀ ਜਨਰੇਟਡ ਵਾਰਨਿੰਗ ਆਉਂਦੀ ਹੈ ਕਿ ਇਹਨੂੰ ਠੀਕ ਕਰ ਲਓ, ਗਲਤੀ ਹੈਗੀ ਹੈ, ਜੀ ਤੁਸੀਂ ਉਹਨੂੰ ਠੀਕ ਕਰਕੇ ਕੰਪਲਾਈਂਸ ਕਰ ਦਿਓ, ਨੋਟਿਸ ਵਿਦਡਰਾਨ। ਜੀ ਜੇ ਆਪਾਂ ਆਮ ਆਵਾਮ ਦੀ ਗੱਲ ਕਰੀਏ ਸੰਜੇ ਸਰ ਜਾਂ ਗੁਰਦੇਵ ਸਰ, ਅਕਸਰ ਜਿਹੜਾ ਸਾਡਾ ਗਰਾਊਂਡ ਲੈਵਲ ਹੈਗਾ ਬੇਸਿਕਲੀ ਸਾਡੀ ਜਿਹੜੀ ਕੰਟਰੀ ਦੇ ਵਿੱਚ ਰੂਰਲ ਲੋਕ ਨੇ ਜ਼ਿਆਦਾ ਰਹਿੰਦੇ ਨੇ, ਜੀ ਉਹਨਾਂ ਵੱਲੋਂ ਆਮ ਹੀ ਇਹ ਸੁਣਨ ਨੂੰ ਮਿਲਦਾ ਹੈ ਕਿ ਜਿਹੜੀ GST ਦੇ ਆਉਣ ਨਾਲ ਜਿਹੜੀ ਸਾਡੀ ਇੰਡਸਟਰੀ ਸੀ ਜਾਂ ਛੋਟੇ ਦੁਕਾਨਦਾਰ ਸੀ ਉਹ ਖਤਮ ਹੋ ਗਏ ਨੇ। ਮੈਂ ਚਾਹੁੰਦੀ ਕਿ ਇਸ ਗੱਲ ਦੀ ਕਲੈਰਿਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਮ ਲੋਕਾਂ ਦੇ ਪੁਆਇੰਟ ਆਫ ਵਿਊ ਤੋਂ, ਖਾਸ ਤੌਰ ਤੇ ਕੀ ਕਹਿਣਾ ਚਾਹੋਗੇ ਬਸ ਸਰ ਤੁਸੀਂ? ਦੇਖੋ ਜੀ, ਇਹ ਮੈਂ ਪਹਿਲਾਂ ਤੁਹਾਨੂੰ ਅਪੈਰੈਂਟਲੀ ਕਹਿੰਦਾ ਵੀ ਇਟ ਇਜ਼ ਨਾਟ ਟਰੂ, ਜੀ ਇਦਾਂ ਨਹੀਂ ਹੋਇਆ ਕਿ ਉਹ GST ਦੇ ਆਉਣ ਦੇ ਕਰਕੇ ਉਹ ਛੋਟਾ ਜਿਹੜਾ ਉਹ ਹੈ ਵਪਾਰੀ ਹੈ ਜਾਂ ਜਿੱਦਾਂ ਰੂਰਲ ਦੀ ਅਸੀਂ ਗੱਲ ਕਿਉਂਕਿ ਕਰਦੇ ਹਾਂ, ਵਪਾਰੀ ਇਹ ਮੰਨਦਾ ਕਿ ਜਿੰਨਾ ਮੇਰਾ ਮਾਰਜਨ ਸੀ ਉਹ ਸਾਰਾ ਟੈਕਸ ਦੇ ਵਿੱਚ ਚਲਾ ਗਿਆ। ਹਾਂ ਉਹ ਇਦਾਂ ਹੈ ਨਹੀਂ। ਹੁਣ ਜਿੱਦਾਂ ਸੰਜੇ ਜੀ ਨੇ ਦੱਸਿਆ ਕਿ ਉਹ ਬਿਲਕੁਲ ਇਸ ਸਿਚੁਏਸ਼ਨਸ ਹੈ ਕਿ ਉਹ ਜਦੋਂ ਕੋਈ 100 ਰੁਪਏ ਦਾ ਸਮਾਨ ਲਿਆਂਦਾ ਹੈ ਐਂਡ ਉਹਦੇ ਤੇ ਮੰਨ ਲਓ 12 ਰੁਪਏ ਟੈਕਸ ਲੱਗ ਗਿਆ, 12% ਟੈਕਸ ਆ ਉਹ ਤੇ 12 ਰੁਪਏ ਟੈਕਸ ਲੱਗ ਗਿਆ ਉਹਦਾ, ਤਾਂ ਉਹਨੇ ਅੱਗੇ ਉਹ ਸਮਾਨ 120 ਰੁਪਏ ਦਾ ਵੇਚਤਾ ਤੇ ਹੁਣ 120 ਤੇ ਵੀ 12% ਟੈਕਸ ਲੱਗਣਾ ਹੈ। ਓਕੇ, ਤਾਂ ਉਹ ਜਿਹੜਾ 8 ਰੁਪਏ ਦਾ ਡਿਫਰੈਂਸ ਹੈ ਉਹੀ ਉਹਨੇ ਪੇ ਕਰਨਾ ਹੈ, ਕਿਉਂਕਿ ਉਹਨੇ ਜਦੋਂ ਸਮਾਨ ਉਹ 120 ਦਾ ਵੇਚਿਆ ਤੇ 120 ਤੇ ਮੰਨ ਲਓ ਉਹਦਾ ਜਿਹੜਾ ਟੋਟਲ ਟੈਕਸ ਬਣਦਾ ਸੀ ਉਹ 114 ਰੁਪਏ ਬਣਦਾ, ਤੇ ਉਹ 14 ਰੁਪਏ ਜਿਹੜਾ ਟੈਕਸ ਹੈ ਉਹਦੇ ਚੋਂ ਉਹ 12 ਰੁਪਏ ਤਾਂ ਆਲਰੇਡੀ ਉਹ ਪੇ ਕਰ ਚੁੱਕਾ ਜੀ, ਜਿੱਥੋਂ ਉਹਨੇ ਸਮਾਨ ਖਰੀਦਿਆ। ਤੇ ਉਹਨੂੰ ਗਵਰਨਮੈਂਟ ਦੇ ਸਿਸਟਮ ਜਾਣ ਦੀ ਜ਼ਰੂਰਤ ਨਹੀਂ ਉਹਦੇ ਲਈ, ਉਹ ਆਪਣੇ ਆਪ ਹੀ ਉਹਨੇ ਜਿੰਨੇ ਦੇ ਪਰਚੇਜ਼ ਦੇ ਬਿੱਲ ਲਏ ਹੋਏ ਆ ਉਹਨੂੰ ITC ਕਹਿੰਦੇ ਆਪਾਂ ਟੈਕਨੀਕਲ ਟਰਮਸ, ਇਨਪੁਟ ਟੈਕਸ ਕ੍ਰੈਡਿਟ ਜਿਹੜਾ ਹੁੰਦਾ ਹੈ, ਤੇ ਉਹ ਜਦੋਂ ਉਹਨੇ 114 ਰੁਪਏ ਜਿਹੜੇ 14 ਰੁਪਏ ਦੇਣੇ ਆ ਟੈਕਸ ਦੇ, ਜਿਹੜਾ ਕਿ ਉਹਦੇ ਲਈ ਬਣਦਾ ਕਿ ਉਹਨੇ 120 ਰੁਪਏ ਦੀ ਸੇਲ ਕੀਤੀ, ਉਹਦਾ ਆਊਟਪੁੱਟ ਟੈਕਸ ਜਿਹੜਾ 14 ਰੁਪਏ ਬਣ ਗਿਆ, ਤੇ ਉਹਨੇ 14 ਰੁਪਏ ਐਕਚੁਅਲੀ ਸਰਕਾਰ ਨੂੰ ਨਹੀਂ ਦੇਣੇ ਕਿਉਂਕਿ ਉਹ 12 ਰੁਪਏ ਆਲਰੇਡੀ ਦੇ ਕੇ ਆ ਚੁੱਕਾ ਜੀ। ਐਂਡ ਜਿਹੜੀ ਗੱਲ ਆਪਾਂ ਕਹਿੰਦੇ ਆ ਵੀ ਇੱਕ ਮਾਰਜਨਸ ਤੇ ਫਰਕ ਪਿਆ ਹੈ ਆਮ ਵਪਾਰੀ ਦੇ ਛੋਟੇ ਵਪਾਰੀ ਦੇ, ਉਹ ਹੈ ਹੀ ਨਹੀਂ, ਕਿਉਂਕਿ ਇਹ ਇਨਡਾਇਰੈਕਟ ਟੈਕਸ ਹੈ। ਜਿਹੜਾ ਇੱਕ ਵਪਾਰੀ ਹੈ ਉਹ ਤਾਂ ਇੱਕ ਸਿਰਫ ਟੈਕਸ ਕਲੈਕਟ ਕਰਦਾ ਹੈ ਔਨ ਬਿਹਾਫ ਆਫ ਗਵਰਨਮੈਂਟ ਜੀ, ਉਹ ਅਲਟੀਮੇਟਲੀ ਤਾਂ ਉਹਦਾ ਜਿਹੜਾ ਇਫੈਕਟ ਆਉਂਦਾ ਉਹ ਕੰਜ਼ਿਊਮਰ ਤੇ ਆਉਂਦਾ ਹੈ ਕਿ ਅਗਰ ਕੋਈ ਇੱਕ ਚੀਜ਼ ਇਦਾਂ ਦੀ ਹੈ ਕਿ ਉਹ ਮਹਾਰਾਸ਼ਟਰ ਵਾਲੇ ਨੇ ਹਰਿਆਣਾ ਵਾਲੇ ਨੂੰ ਵੇਚੀ ਔਰ ਹਰਿਆਣਾ ਵਾਲੇ ਨੇ ਪੰਜਾਬ ਵਾਲੇ ਨੂੰ ਵੇਚੀ, ਪੰਜਾਬ ਵਾਲੇ ਨੇ ਚੰਡੀਗੜ੍ਹ ਵਾਲੇ ਨੂੰ ਵੇਚੀ ਐਂਡ ਚੰਡੀਗੜ੍ਹ ਵਾਲੇ ਨੇ ਅਗੇਨ ਹਿਮਾਚਲ ਪ੍ਰਦੇਸ਼ 'ਚ ਵੇਚੀ ਐਂਡ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਕੰਜ਼ਿਊਮ ਹੋਈ ਜੀ, ਤੇ ਉਹ ਅਲਟੀਮੇਟਲੀ ਟੈਕਸ ਉਸ ਕੰਜ਼ਿਊਮਰ ਨੇ ਪੇ ਕਰਨਾ ਜਿਹਨੇ ਹਿਮਾਚਲ 'ਚ ਯੂਜ਼ ਕੀਤੀ ਉਹ ਚੀਜ਼ ਜੀ, ਤੇ ਨਾ ਤਾਂ ਉਹ ਮਹਾਰਾਸ਼ਟਰ ਵਾਲੇ ਤੇ ਕੋਈ ਬਰਡਨ ਹੈ, ਉਸ ਤੋਂ ਬਾਅਦ ਹਰਿਆਣਾ ਵਾਲੇ ਤੇ ਨਹੀਂ ਹੈ, ਉਸ ਤੋਂ ਬਾਅਦ ਚੰਡੀਗੜ੍ਹ ਵਾਲੇ ਤੇ ਨਹੀਂ ਹੈ, ਉਸ ਤੋਂ ਬਾਅਦ
ਹਿਮਾਚਲ ਵਾਲੇ ਤੇ ਜਾ ਕੇ ਬਰਡਨ ਹੈ। ਜੀ। ਤਾਂ ਐਸ ਸੱਚ ਅਗਰ ਅਸੀਂ ਇੱਕ ਵਪਾਰੀ ਦੀ ਗੱਲ ਕਰੀਏ, ਬਿਜ਼ਨਸਮੈਨ ਦੀ ਗੱਲ ਕਰੀਏ, ਇੰਡਸਟਰੀ ਦੀ ਗੱਲ ਕਰੀਏ, ਉਹਦੇ ਤੇ ਤਾਂ ਐਡੀਸ਼ਨਲ ਕੋਈ ਟੈਕਸ ਨਹੀਂ ਆਇਆ ਤੇ ਇਸ ਲਈ ਉਹਦਾ ਮਾਰਜਨ ਟੈਕਸ ਦੇ ਵਿੱਚ ਚਲਾ ਗਿਆ। ਇਹ ਕਿਥੋਂ ਵੀ ਟਰੂ ਨਹੀਂ ਹੈ। ਐਂਡ ਦੂਸਰੀ ਗੱਲ ਜਿਹੜੀ ਦੱਸੀ ਹੈ ਗੁਪਤਾ ਜੀ ਨੇ ਵੀ ਕਹੀ ਹੈ ਕਿ ਉਹ ਟਰਾਂਸਪੇਰੈਂਸੀ ਬਹੁਤ ਵੱਧ ਗਈ। ਮਤਲਬ ਆਪਣੀ ਮਰਜ਼ੀ ਦਾ ਰੇਟ ਦੁਕਾਨਦਾਰ ਨਹੀਂ ਲਾ ਸਕਦਾ, ਉਹ ਚੀਜ਼ ਖਤਮ ਹੋ ਗਈ ਹੈ। ਉਹ ਖਤਮ ਹੋ ਗਈ ਹੈ। ਟਰਾਂਸਪੇਰੈਂਸੀ ਆ ਗਈ ਹੈ ਕਿ ਉਹ ਇੱਕ ਬੰਦੇ ਨੇ ਜਿਹਨੇ ਵੇਚਿਆ ਸਮਾਨ, ਉਹਨੇ ਆਪਣੇ ਪੋਰਟਲ ਤੇ ਲਿਖ ਦੇਣਾ ਵੀ ਮੈਂ ਇੰਨਾ ਸਮਾਨ ਇਸ ਬੰਦੇ ਨੂੰ ਵੇਚਿਆ ਤੇ ਉਹ ਗਵਰਨਮੈਂਟ ਦੇ ਸਿਸਟਮ 'ਚ ਆ ਗਿਆ ਕਿ ਹੁਣ ਉਸ ਬੰਦੇ ਨੇ ਇੰਨਾ ਸਮਾਨ ਖਰੀਦ ਲਿਆ ਤੇ ਉਹ ਕੱਲ ਨੂੰ ਜਦੋਂ ਉਹਨੂੰ ਵੇਚੇਗਾ ਉਹ ਅਗੇਨ ਫਿਰ ਪੋਰਟਲ 'ਚ ਪਾਏਗਾ ਤਾਂ ਉਹਦੇ ਸਿਸਟਮ 'ਚ ਆਏਗਾ। ਤਾਂ ਇਸ ਲਈ ਗਵਰਨਮੈਂਟ ਨੂੰ ਟਰਾਂਸਪੇਰੈਂਸੀ ਆ ਗਈ, ਉਹ ਬੰਦੇ ਨੂੰ ਵੀ ਟਰਾਂਸਪੇਰੈਂਸੀ ਆ ਗਈ ਮੈਂ ਕਿੱਥੋਂ ਕਿੱਥੋਂ ਸਮਾਨ ਖਰੀਦਿਆ ਹੋਇਆ, ਮੈਂ ਕਿੱਥੇ ਕਿੱਥੇ ਵੇਚਿਆ ਹੋਇਆ। ਜਿਹੜਾ ਕਿ ਅਦਰਵਾਈਜ਼ ਜਦੋਂ ਵੈਟ ਹੁੰਦਾ ਸੀ ਜਾਂ ਉਹ ਹੁੰਦਾ ਸੀ ਉਹ ਸਿੰਕਰੋਨਾਈਜ਼ਡ ਨਹੀਂ ਸੀ, ਉਹ ਡਿਜੀਟਲ ਬੇਸ ਨਹੀਂ ਸੀਗੇ, ਉਹ ਪੋਰਟਲਸ ਤੇ ਨਹੀਂ ਸੀਗੇ ਜਾਂ ਉਹ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਯੂਜ਼ ਨਹੀਂ ਕਰਦੇ ਸੀ ਉਹ ਪਲੇਟਫਾਰਮਸ। ਪਰ ਹੁਣ ਉਹ ਡਿਜੀਟਲ ਹੋਣ ਦੇ ਕਰਕੇ ਇਟ ਇਜ਼ ਆਲ ਟਰਾਂਸਪੇਰੈਂਟ। ਟਰਾਂਸਪੇਰੈਂਸੀ ਜਦੋਂ ਹੁੰਦੀ ਹੈ ਤਾਂ ਇਟ ਇਜ਼ ਆਲ ਗੁੱਡ। ਜੀ ਸੰਜੇ ਸਰ, ਫਿਰ ਕਿਤੇ ਨਾ ਕਿਤੇ 5 ਸਾਲ ਦੇ ਵਿੱਚ ਵੀ ਇਹ ਸਰਕਾਰ ਦੇ ਲਈ ਡਰਾਬੈਕ ਨਹੀਂ ਰਿਹਾ ਕਿ ਅਸੀਂ ਆਮ ਇਨਸਾਨ ਨੂੰ ਹਜੇ ਤੱਕ ਇਹ ਸਮਝਾ ਹੀ ਨਹੀਂ ਪਾਏ ਕਿ ਐਕਚੁਅਲ ਦੇ ਵਿੱਚ GST ਉਹਨਾਂ ਦੇ ਫਾਇਦੇ ਲਈ ਹੀ ਹੈ? ਦੇਖੋ ਤੁਹਾਡਾ ਜਿਹੜਾ ਕੁਐਸਚਨ ਹੈਗਾ ਆਮ ਇਨਸਾਨ ਵਾਸਤੇ, ਇਹਨੂੰ ਆਪਾਂ ਦੋ ਕੈਟਾਗਰੀ 'ਚ ਸਮਝਾਂਗੇ। ਆਮ ਇਨਸਾਨ ਮੀਨਸ ਵਿਚ ਇਜ਼ ਨਾਟ ਕਨੈਕਟਡ ਵਿਦ ਬਿਜ਼ਨਸ, ਐਂਡ ਦ ਸੈਕੰਡ ਇਜ਼ ਅ ਬਿਜ਼ਨਸਮੈਨ ਵਿਚ ਇਜ਼ देयर ਅੰਡਰ GST ਡਾਇਰੈਕਟਲੀ ਔਰ ਇਨਡਾਇਰੈਕਟਲੀ। ਜੀ, ਜਿਹੜਾ ਤਾਂ ਕੰਜ਼ਿਊਮਰ ਹੈਗਾ, ਸਰਕਾਰ ਨੂੰ ਉਹਦੀ ਸਮਝਾਉਣ ਵਾਸਤੇ ਕੋਈ ਇੰਨੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ, ਕਿਉਂਕਿ ਹੀ ਇਜ਼ ਨਾਟ ਕੰਸਰਨਡ। ਉਹਨੇ ਤਾਂ ਸਮਾਨ ਖਰੀਦਣਾ ਹੈ ਤੇ ਪੈਸੇ ਦੇਣੇ ਆ ਦੁਕਾਨ ਤੇ, ਠੀਕ ਹੈ ਜੀ। ਚੀਜ਼ ਮਹਿੰਗੀ ਹੈ ਸਸਤੀ ਹੈ, that is not because of the tax, that is because of the commodity prices। ਹੁਣ ਜਿੱਦਾਂ globally metal prices has gone up, globally crude prices has gone up, globally textile, paper, electronics, chip shortages, all this has together led to a kind of environment that there is a price increase in every segment। ਜੀ। ਸੋ ਅਗਰ ਤੁਸੀਂ ਟੈਕਸ 12 ਦਾ ਕਰਕੇ 0 ਵੀ ਕਰ ਦੋਗੇ ਤਾਂ ਵੀ ਉਹ ਪ੍ਰੋਡਕਟ ਪਿਛਲੇ ਸਾਲੋਂ ਨਾਲ ਅੱਜ ਫਿਰ ਮਹਿੰਗਾ ਹੈਗਾ। ਸੋ ਦੈਟ ਇਜ਼ ਦ ਇੰਟਰਨੈਸ਼ਨਲ ਪ੍ਰਾਈਸ ਪੈਰਿਟੀ। ਜਦੋਂ ਅਸੀਂ ਗਲੋਬਲੀ ਚੀਜ਼ਾਂ ਨੂੰ ਓਪਨ ਅਪ ਕਰਦੇ ਹਾਂ, ਇੰਪੋਰਟ ਐਕਸਪੋਰਟ ਓਪਨ ਕਰਤਾ, ਫ੍ਰੀ ਟ੍ਰੇਡ ਰਜੀਮਸ ਆ ਗਈਆਂ ਨੇ, ਉਹਦੇ ਨਾਲ ਸਾਡੀ ਜਿਹੜੀ ਆਪਣੀ ਸਟਰੈਂਥ ਹੈ ਇੰਡੀਅਨ ਇਕੋਨਮੀ ਦੀ, ਉਹ ਤਾਂ ਹੈਗੀ ਹੈ ਐਗਰੀਕਲਚਰ ਪ੍ਰੋਡਿਊਸ ਦੀ। ਬਾਕੀ ਸਾਰੀਆਂ ਚੀਜ਼ਾਂ ਅਸੀਂ ਬਾਹਰੋਂ ਇੰਪੋਰਟ ਕਰਦੇ ਹਾਂ। ਸਾਡੇ ਕੋਲ ਸਾਰੇ ਪੈਟਰੋਲੀਅਮ ਪ੍ਰੋਡਕਟ, ਸਾਰਾ ਮੈਡੀਕਲ, ਸਾਰਾ ਕੈਮੀਕਲਸ ਦਾ ਰॉ ਮਟੀਰੀਅਲ, ਸਾਰਾ ਪਲਾਸਟਿਕ ਦਾ, ਇਹ ਸਾਰਾ ਮਟੀਰੀਅਲ ਜਿਹੜਾ ਹੈਗਾ ਇੰਪੋਰਟ ਰੀਜਨਸ ਦੇ ਰॉ ਮਟੀਰੀਅਲ ਤੇ ਡਿਪੈਂਡੈਂਟ ਹੈ। ਤੇ ਜਦੋਂ ਬਾਹਰ ਕਿਸੇ ਚੀਜ਼ ਦਾ ਰੇਟ ਵਧੂਗਾ ਤੇ ਇੰਡੀਆ ਦੇ ਵਿੱਚ ਵੀ ਵਧੇਗਾ। ਅਲਟੀਮੇਟਲੀ ਦੇयर इज नो ਅਦਰ ਚੋਇਸ। ਹੁਣ ਤੁਸੀਂ ਕਹਿੰਦੇ ਹੋ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਇੱਦਾਂ ਲੱਗਦਾ ਹੈਗਾ ਕਿ ਉਹ GST ਨੂੰ ਕਾਮਨ ਮੈਨ ਦੇ ਵਿੱਚ ਪ੍ਰੋਪਰਲੀ ਪਲੇਸ ਨਹੀਂ ਕਰ ਸਕੀ ਕਨਸੈਪਟ ਵਾਈਜ਼। ਮੈਂ ਕਹਿੰਦਾ ਕਿ I'm not from the government side, but as an industry side also, I feel that that is not a correct position. Ji. The correct position is that every seasoned businessman, maybe he's a dukandar or an industrialist or a service professional, they have watched or they are kind of a kind of ਜਿਹਨੂੰ ਅਸੀਂ ਕਹਿ ਸਕਦੇ ਹਾਂ ਪੰਜਾਬੀ, ਹਾਂ ਮਤਲਬ ਟੂ ਐਗਜ਼ਾਮਪਲ ਆਫ ਦ ਗਵਰਨੈਂਸ ਸਪੋਰਟਿਵ ਮੈਜ਼ਰਸ ਕਿ GST ਦੇ ਵਿੱਚ ਕਿਤੇ ਵੀ ਕੋਈ ਇੱਦਾਂ ਦਾ ਸਿਸਟਮ ਨਹੀਂ ਰਿਹਾ ਜਿਹੜਾ ਕਿ ਨੈਗੇਟਿਵ ਫਾਲੋਆਊਟ ਦੇ ਵਿੱਚ ਕੰਸੀਡਰ ਹੋ ਸਕਦਾ ਹੋਵੇ। ਜੀ। Every year all these GST councils which happened, they really come out with suggestions which are given by the lobby of different industries, different chambers, ਕਿ ਇਹ ਮੈਜੋਰਟੀ ਆਫ ਦ ਇੰਡਸਟਰੀ ਨੂੰ ਇਹ ਨੁਕਸਾਨ ਹੋਇਆ ਜਾਂ ਮੈਜੋਰਟੀ ਆਫ ਟ੍ਰੇਡ ਨੂੰ ਇਹ ਨੁਕਸਾਨ ਹੋਇਆ, ਉਸ ਕਰਕੇ ਆਪਾਂ ਨੂੰ ਇਹ ਚੇਂਜਸ ਚਾਹੀਦੇ ਨੇ। ਜੀ। ਚਾਹੇ ਉਹ ਹੋਟਲ ਦੇ ਨਾਲ ਕਨੈਕਟਡ ਨੇ, ਚਾਹੇ ਉਹ ਇੰਡਸਟਰੀ ਦੇ ਨਾਲ ਕਨੈਕਟਡ ਨੇ। ਜੀ। ਤੇ ਮੈਨੂੰ ਪਰਸਨਲੀ ਇੱਦਾਂ ਦਾ ਇੱਕ ਵੀ ਵਾਕਿਆ ਤਾਂ ਨਜ਼ਰ ਨਹੀਂ ਆਉਂਦਾ। ਆਈ ਐਮ ਐਨ LED ਲਾਈਟਿੰਗ ਮੈਨੂਫੈਕਚਰਰ। ਮਾਈ LED ਲਾਈਟਿੰਗ ਵਾਜ਼ ਅੰਡਰ 12% GST, now it is proposed to be 18%. Ji. So many had asked me a question that how I'm going to be affected with this. There's a 6% increase in the cost for the customer. But I said that it is not going to impact the industry at all. ਇੱਕ ਬਹੁਤ ਵੱਡਾ ਹੋਰ ਕੁਐਸਚਨ, ਆਪਣੇ ਕੋਲ ਵਕਤ ਬਹੁਤ ਸੀਮਿਤ ਰਹਿ ਗਿਆ, ਪਤਾ ਹੀ ਨਹੀਂ ਲੱਗਿਆ ਕਿ ਸਮਾਂ ਕਦੋਂ ਬੀਤ ਗਿਆ। ਪਿਛਲੇ 5 ਸਾਲ ਦੇ ਵਿੱਚ ਵੀ ਪੈਟਰੋਲ, ਡੀਜ਼ਲ, ਐਲਕੋਹਲ ਨੂੰ ਇਸ ਸਲੈਬ ਚੋਂ ਬਾਹਰ ਰੱਖਿਆ ਗਿਆ GST ਤੋਂ। ਇਸ ਵਾਰ ਫਿਰ ਇਹਦੇ ਤੇ ਕੋਈ ਸਟੇਟਮੈਂਟ ਨਹੀਂ ਆਈ। ਸਭ ਤੋਂ ਵੱਡੀ ਵਜ੍ਹਾ ਕੀ ਹੈ? ਹਾਲਾਂਕਿ ਸਭ ਤੋਂ ਵੱਧ ਵਿਕਣ ਵਾਲੀਆਂ ਚੀਜ਼ਾਂ ਨੇ ਇਹ 'ਚ। ਅਮਰਿੰਦਰ ਜੀ ਕੀ ਹੈ ਕਿ ਜਿਹੜਾ
ਤੁਸੀਂ ਐਲਕੋਹਲ ਦੀ ਗੱਲ ਕਰਦੇ ਆ ਜਾਂ ਆਪਾਂ ਇਹਦੀ ਫਿਊਲ ਦੀ ਗੱਲ ਕਰਦੇ ਆ, ਇਹ ਇੱਕ ਤਰ੍ਹਾਂ ਤੇ ਸਟੇਟ ਸਬਜੈਕਟ ਨੇ ਦੋਨੇ। ਐਂਡ ਜਿਹੜਾ ਫਿਊਲ ਹੈ, ਫਿਊਲ ਇਜ਼ ਦਿਸ ਫॉर द ਸੈਂਟਰਲ ਗਵਰਨਮੈਂਟ, ਇਟ ਇਜ਼ ਦੀ ਮੇਜਰ ਆਈਟਮ ਵਿਚ ਗਿਵਸ ਰੈਵਨਿਊ। ਤੇ ਹੁਣ ਅਗਰ ਉਹ ਫੈਡਰਲ ਸਿਸਟਮ ਦੀ ਗੱਲ ਕਰਦੇ ਆ ਤੇ ਬਹੁਤ ਸਾਰੇ ਇਦਾਂ ਦੇ ਆ ਕਿ ਜਿਹੜੇ ਸਟੇਟ ਸਬਜੈਕਟਸ ਹੈਗੇ ਆ ਐਂਡ ਸੈਂਟਰਲ ਗਵਰਨਮੈਂਟ ਨੂੰ ਸਟੇਟਸ ਨੂੰ ਸਪੋਰਟ ਕਰਨਾ ਪੈਂਦਾ ਹੈ। ਤੇ ਉਹਦੇ ਚ ਹੁਣ ਜਿਹੜਾ GST ਹੈ, GST ਚ ਇੱਕ ਸ਼ੇਅਰ ਜਾਂਦਾ ਹੈ, ਜਿਹੜਾ ਵੀ ਕੋਈ ਸਟੇਟ ਕਲੈਕਟ ਕਰਦਾ ਹੈ ਤੇ ਉਹਦਾ ਸ਼ੇਅਰ ਸੈਂਟਰਲ ਗਵਰਨਮੈਂਟ ਨੂੰ ਜਾਂਦਾ ਹੈ। ਪਰ ਇਸ ਤੋਂ ਪਹਿਲਾਂ ਜਿਹੜਾ ਸੀ ਉਹ ਸਿਰਫ ਰੈਵਨਿਊ ਪੈਟਰੋਲ ਤੋਂ ਆਉਂਦਾ ਸੀ। ਐਂਡ ਅਗੇਨ ਅਲਕੋਹਲ ਹੈ ਜਿਹੜਾ ਉਹ ਸਟੇਟ ਸਬਜੈਕਟ ਹੈ, ਉਹਦਾ ਸਾਰਾ ਦਾ ਸਾਰਾ ਪੈਸਾ ਜਿਹੜਾ ਉਹ ਸਟੇਟਸ ਦੇ ਕੋਲ ਰਹਿ ਜਾਂਦਾ। ਤੇ ਉਹ ਹੁਣ ਕਿਤੇ ਨਾ ਕਿਤੇ ਉਹਦੇ ਚ ਪੋਲੀਟੀਕਲ ਕੰਸੈਂਸਸ ਨਹੀਂ ਬਣ ਪਾ ਰਿਹਾ ਕਿ ਇਹਨੂੰ ਵੀ GST ਦੇ ਦਾਇਰੇ 'ਚ ਲਿਆ ਜਾਵੇ। ਕਿਉਂ? ਦੋਨਾਂ ਦੀ ਸਟੇਟ ਗਵਰਨਮੈਂਟ ਦੇ ਵੀ ਐਜ਼ ਵੈਲ ਐਜ਼ ਸੈਂਟਰਲ ਗਵਰਨਮੈਂਟ ਦੇ ਵੀ ਦੋਨਾਂ ਦੇ ਰੈਵਨਿਊਜ਼ ਜਿਹੜੇ ਹੈ ਉਹ ਅਫੈਕਟ ਹੋਣਗੇ। ਕਿਉਂਕਿ ਹਜੇ ਤੱਕ ਇੱਕ ਇਹ ਤੁਸੀਂ ਚੀਜ਼ ਦੇਖੋਗੇ ਕਿ ਸੈਂਟਰ 'ਚ ਔਰ ਸਟੇਟ 'ਚ GST ਦੀ ਜਿਹੜੀ ਸ਼ੇਅਰਿੰਗ ਹੈਗੀ ਹੈ ਉਹ ਹਲੇ ਵੀ ਬਹੁਤ ਜ਼ਿਆਦਾ ਕੰਫਰਟੇਬਲ ਪੋਜੀਸ਼ਨ ਨਹੀਂ ਹੈਗੀ ਉਹਦੇ 'ਚ। ਕਈ ਸਟੇਟਸ ਨੇ ਜਿਹੜੇ ਕੰਫਰਟੇਬਲ ਨਹੀਂ ਹੈਗੇ ਨੇ, ਉਹ ਇਸੀलिए ਇਸ ਸਿਚੁਏਸ਼ਨਸ ਨੂੰ ਹੋਰ ਕੰਪਲਿਕੇਟ ਨਹੀਂ ਕਰਨਾ ਚਾਹੁੰਦੇ ਬਿਫੋਰ ਦਾ ਟਾਈਮਿੰਗ ਪੈਟਰੋਲੀਅਮ ਐਂਡ ਅਲਕੋਹਲ ਐਂਡ ਆਲ ਦਿਸ ਥਿੰਗ ਇਹਨਾਂ ਨੂੰ ਅਸੀਂ ਬਾਹਰ ਰੱਖੀਏ ਜੀ। ਤੇ ਇੱਕ ਇਹਦਾ ਮੇਨ ਰੀਜ਼ਨ ਇਹੀ ਹੈ ਕਿ ਇਹ ਹਲੇ GST ਦੇ ਦਾਇਰੇ 'ਚ ਨਹੀਂ ਆ ਸਕੇ। ਜੀ ਸੰਜੇ ਸਰ, ਤੁਸੀਂ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ? ਇੱਕ ਮੈਂ ਮੈਸੇਜ ਕਹਿ ਲਓ ਜਾਂ ਇੱਕ ਮੋਟੀਵੇਸ਼ਨ ਇੰਡਸਟਰੀਜ਼ ਦੇ ਲਈ ਜਿਹੜੇ ਕਿ ਆਲਮੋਸਟ ਆਪਣੀ ਜਿਹੜੀ ਢੇਰੀ ਹੈ ਢਾਈ ਬੈਠੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? No, I would like to make a statement ਕਿ ਬਿਲਕੁਲ ਘਬਰਾਉਣ ਦੀ ਕੋਈ ਲੋੜ ਨਹੀਂ। GST is a very positive step towards better economic growth of the country, and it is not at all any way 0.1% detrimental to the business. ਜੀ ਇੱਕ ਚੀਜ਼ ਮੈਨੂੰ ਇਹ ਲੱਗਦੀ ਹੈ, ਮੇਬੀ ਮੈਂ ਗਲਤ ਵੀ ਹੋਵਾਂ, ਹੋ ਸਕਦਾ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਜਦੋਂ ਪ੍ਰਾਈਸਿੰਗ ਦੀ ਗੱਲ ਕਰਦੇ ਹਾਂ ਉਹ ਸਾਡੇ ਇੱਥੇ ਗਰਾਊਂਡ ਲੈਵਲ ਤੇ ਨਹੀਂ ਹੁੰਦੀ। ਇੰਡਸਟਰੀ ਜਿਹੜੀ ਲਾਰਜ ਇੰਡਸਟਰੀ ਹੈ ਉਹ ਇੰਟਰਨੈਸ਼ਨਲ ਪ੍ਰਾਈਸਿੰਗ ਦੀ ਗੱਲ ਕਰਦੀ ਹੈ, ਫਿਊਲ ਦੀ ਗੱਲ ਕਰਦੇ ਹਾਂ, ਸੈਂਟਰ ਜਿਹੜਾ ਇੰਟਰਨੈਸ਼ਨਲ ਪ੍ਰਾਈਸਿੰਗ ਦੀ ਗੱਲ ਕਰਦਾ, ਬਟ ਸਟੇਟ ਦੇ ਵਿੱਚ ਇਹ ਮੈਟਰ ਬਹੁਤ ਘੱਟ ਡਿਸਕਸ ਹੁੰਦਾ ਹੈ। ਦੈਟ ਮੇ ਬੀ ਦ ਰੀਜ਼ਨ ਕਿ ਜਿਹੜੀ ਸਮਾਲ ਸਕੇਲ ਇੰਡਸਟਰੀ ਹੈ ਉਹਨੂੰ GST 12 ਤੋਂ 18% ਕਾਫੀ ਜ਼ਿਆਦਾ ਚੁੱਭਦਾ ਹੋਵੇ। No, actually there is a reason behind, we call it inverted duty structures, because our entire raw material is taxed at 18%, but final product is taxed as 12%. So we are already paying 18% for our purchases. मैं जो 100 रुपए का एग्जाम्पल ਜਿਹੜਾ ਲਿੱਤਾ ਸੀਗਾ, ਮੰਨ ਲਓ ਮੈਂ 100 ਰੁਪਏ ਤੇ 18 ਰੁਪਏ ਦੇ ਕੇ raw material ਖਰੀਦ ਰਿਹਾ ਤਾਂ ਮੈਨੂੰ ਤਾਂ 118 ਰੁਪਏ ਦੀ ਕਾਸਟਿੰਗ ਆਈ ਹੈ ਜੀ, ਤੇ ਮੈਂ ਉਹਨੂੰ ਵੇਚਦਾ ਹੈਗਾ 118 ਪਲੱਸ 12% ਲਾ ਕੇ। ਤੇ ਗਵਰਨਮੈਂਟ ਨੇ ਉਹਨੂੰ ਕਿਹਾ ਕਿ ਤੁਸੀਂ 18% ਤਾਂ ਮੈਨੂੰ ਪਹਿਲਾਂ ਹੀ ਦੇ ਦਿਓ, ਇਹ 6% ਤੁਹਾਡਾ ਜਿਹੜਾ ਹੈਗਾ ਇਕੱਠਾ ਹੋਈ ਜਾਂਦਾ ਤੁਹਾਡੇ ਖਾਤੇ 'ਚ, ਇਹਦਾ ਕੋਈ ਫਾਇਦਾ ਨਹੀਂ ਹੈਗਾ, ਤੁਹਾਨੂੰ ਇਹਦਾ ਰਿਫੰਡ ਨਹੀਂ ਅਪਲਾਈ ਕਰਨਾ, ਤੁਸੀਂ ਪੈਸੇ ਵਾਪਸ ਨਹੀਂ ਲੈਣੇ ਸਾਡੇ ਤੋਂ, ਕਿਉਂਕਿ ਇਹ 6% ਵੀ ਤੁਸੀਂ ਗਵਰਨਮੈਂਟ ਨੂੰ ਪਾਸ ਆਨ ਕਰ ਦਿਓ। ਉਹ ਇਨੀਸ਼ੀਅਲ ਫੇਜ਼ ਸੀਗਾ, ਮਤਲਬ ਇਨਵਰਟਿਡ ਡਿਊਟੀ ਸਟਰਕਚਰ ਦਾ ਇਨੀਸ਼ੀਅਲ ਫੇਜ਼ ਹੁੰਦਾ ਹੈ, ਕਿਉਂਕਿ ਕਿਸੇ ਵੀ ਚੀਜ਼ ਨੂੰ ਅਸੀਂ ਇੰਪਲੀਮੈਂਟ ਕਰਦੇ ਹੈਗੇ ਹਾਂ, ਕਿਸੇ ਵੀ ਬਿਜ਼ਨਸ ਨੂੰ ਸਟਾਰਟ ਕਰਦੇ ਹਾਂ ਤਾਂ ਗਵਰਨਮੈਂਟ ਉਹਨੂੰ ਹੌਲੀ ਹੌਲੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਿੱਦਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ। ਸਰ ਆਮ ਸੋ ਸੌਰੀ, ਵਕਤ ਬਹੁਤ ਥੋੜਾ ਜਿਹਾ ਰਹਿ ਗਿਆ ਆਪਣੇ ਕੋਲ, ਤੁਸੀਂ ਕੋਸ਼ਿਸ਼ ਕਰਿਓ ਕਿ ਜਲਦੀ ਕੰਪਲੀਟ। ਜੀ ਬਸ ਮੇਰਾ ਤਾਂ ਇਹੀ ਕਹਿਣਾ ਹੈਗਾ ਕਿ GST ਦੇ ਵਿੱਚ ਕੋਈ ਵੀ ਸਮਝਦਾਰ ਇਨਸਾਨ ਅਗਰ ਉਹ 2 ਮਿੰਟ ਲਾ ਕੇ ਸੋਚੇ ਕਿ ਮੈਂ ਕਿਤੇ ਨੁਕਸਾਨ ਕਰ ਰਿਹਾ ਤਾਂ ਉਹ ਆਪਣੇ ਕਰਕੇ ਕਰ ਰਿਹਾ, ਗਵਰਨਮੈਂਟ ਦੀ ਕਿਸੇ ਪਾਲਿਸੀ ਕਰਕੇ ਨਹੀਂ ਕਰ ਰਿਹਾ। ਇਨ ਸ਼ਾਰਟ ਇਹ ਮਤਲਬ ਹੈਗਾ ਜੀ। ਬਸ ਇਸ ਟੈਕਸ ਫਾਈਲਿੰਗ ਕਿੰਨੀ ਕੰਪਲਿਕੇਟਡ ਹੋਈ ਹੈ ਥੋੜੇ ਜਿਹੇ ਸ਼ਬਦਾਂ ਦੇ ਵਿੱਚ? ਇਹ ਤਾਂ ਮਤਲਬ ਕੁਐਸਚਨ ਹੀ ਮੈਨੂੰ ਡਿਫਰੈਂਟ ਲੱਗ ਰਿਹਾ ਵੀ ਕੰਪਲਿਕੇਟ ਹੋਈ ਨਹੀਂ, ਇਹ ਤਾਂ ਈਜ਼ੀ ਹੋਈ ਹੈ ਬਹੁਤ ਈਜ਼ੀ। ਪਰ ਐਕਚੁਅਲ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ GST ਔਨ ਕਰਕੇ ਹੋ ਗਈ। ਇੱਕੋ ਇੱਕ ਮੇਜਰ ਰੀਜ਼ਨ ਹੈ ਜੀ ਉਹਦਾ ਕਿ ਜਿਹੜਾ ਸਾਡਾ ਡਿਜੀਟਲ ਸਿਸਟਮ ਹੈ ਉਹਦੇ ਚ ਲੋਕਾਂ ਦੀ ਐਕਸੈਪਟੇਬਿਲਿਟੀ ਜਿਹੜੀ ਹੈ, ਅਡੈਪਟੇਬਿਲਿਟੀ ਜਿਹੜੀ ਹੈ ਉਹ ਹੈ ਨਹੀਂ ਹੈ ਇੰਨੀ ਜ਼ਿਆਦਾ ਨਹੀਂ, ਤਾਂ ਉਸ ਕਰਕੇ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਹਰ ਮਹੀਨੇ ਸਾਨੂੰ ਰਿਟਰਨ ਫਾਈਲ ਕਰਨੀ ਪੈਂਦੀ ਹੈ। ਤੇ ਉਹਦੇ ਚ ਦੇਖੋ ਗਵਰਨਮੈਂਟ ਨੇ ਸੋਚਿਆ ਵੀ ਇਹ ਹੁਣ ਜਦੋਂ ਹਰ ਮਹੀਨੇ ਕਰਨੀ ਹੈ ਉਹਨਾਂ ਨੂੰ ਕੁਆਟਰਲੀ ਕਰਤਾ, 5 ਕਰੋੜ ਰੁਪਏ 2 ਕਰੋੜ ਰੁਪਏ ਤੱਕ ਦੇ ਜਿਹੜੇ ਸੀ ਉਹਨਾਂ ਨੂੰ ਕੁਆਟਰਲੀ ਕਰਤਾ ਉਹਨਾਂ ਨੇ ਜੀ, ਤੇ ਉਹ ਉਹਦੀ ਵੀ ਘਟਾਤੀ ਹੈ। ਐਂਡ ਅੱਗੇ ਗਵਰਨਮੈਂਟ ਇਹਦੇ ਸਟੈਪਸ ਲਈ ਜਾ ਰਹੀ ਹੈ, ਤੇ ਉਹ ਕੰਪਲਿਕੇਟ ਤਾਂ ਨਹੀਂ ਹੋਈ ਹੈ, ਬਟ ਆਈ ਥਿੰਕ ਇਟ ਇਜ਼ ਮੋਰ ਈਜ਼ੀ ਐਂਡ ਟਰਾਂਸਪੇਰੈਂਟ। ਜੀ ਅੱਜ ਦੀ ਚਰਚਾ ਵਾਕਈ ਹੀ ਬਹੁਤ ਦਿਲਚਸਪ ਸੀ, ਬਹੁਤ ਆਮ ਜਿਹੇ ਸਵਾਲ ਸੀ ਜਿਹੜੇ ਕਿ ਖਾਸੇ ਹੀ ਜ਼ਿਹਨ ਦੇ ਵਿੱਚ ਇਸ ਤਰ੍ਹਾਂ ਉਕਰੇ ਹੋਏ ਸੀ ਕਿ ਜਿਨ੍ਹਾਂ ਦਾ ਜਵਾਬ ਲੱਭਣਾ ਬੇਹੱਦ ਜ਼ਿਆਦਾ ਮੁਸ਼ਕਿਲ ਹੋ ਰਿਹਾ ਸੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਹਾਂ ਦਾ ਅੱਜ ਦੀ ਚਰਚਾ ਚਾਉਣ ਲਈ। ਥੈਂਕ ਯੂ ਸੋ ਮਚ ਸਰ।